ਸਤਿ ਸ਼੍ਰੀ ਅਕਾਲ ਪਾਕਿਸਤਾਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਪੰਜਾਬ ਅਤੇ ਸਿੱਖ ਮਤ ਦੀਆਂ ਇਤਿਹਾਸਕ ਥਾਵਾਂ ਵਿਖਾਉਂਦੇ ਰਵਾਂਗੇ ਔਰ ਇਸੇ ਕਰਕੇ ਅੱਜ ਅਸੀਂ ਪਹੁੰਚੇ ਹਾਂ ਲਾਹੌਰ। ਵੈਸੇ ਤਾਂ ਦੁਨੀਆ ਭਰ ਦੇ ਵਿੱਚ ਹਜ਼ਾਰਾਂ ਹੀ ਖੂਬਸੂਰਤ ਵੰਨ-ਸਵੰਨੇ ਅਤੇ ਬਹੁਤ ਹੀ ਵਧੀਆ ਸ਼ਹਿਰ ਹੈਗੇ ਨੇ, ਲੇਕਿਨ ਇਹ ਅਖਾਣ ਕਿਸੇ ਨਾਲ ਹਰਗਜ਼ ਨਹੀਂ ਜੁੜਿਆ ਜੋ ਲਾਹੌਰ ਨਾਲ ਜੁੜਿਆ ਹੈ ਕਿ ਜਿਹਨੇ ਲਾਹੌਰ ਨਹੀਂ ਤੱਕਿਆ ਉਹ ਜੰਮਿਆ ਹੀ ਨਹੀਂ। ਲਾਹੌਰ ਸ਼ਹਿਰ ਆਪਣੇ ਆਪ ਦੇ ਵਿੱਚ ਹਜ਼ਾਰਾਂ ਹੀ ਸਾਲਾਂ ਦਾ ਇਤਿਹਾਸ ਸਮਾਏ ਬੈਠਾ ਹੈ, ਲੇਕਿਨ ਲਾਹੌਰ ਸ਼ਹਿਰ ਦੇ ਨਾਲ ਸਿੱਖ ਧਰਮ ਦਾ ਬਹੁਤ ਹੀ ਗੂੜਾ ਰਿਸ਼ਤਾ ਰਿਹਾ ਹੈ ਕਿਉਂਕਿ ਲਾਹੌਰ ਸ਼ਹਿਰ ਦੇ ਵਿੱਚ ਸਿੱਖ ਮਤ ਦੇ ਮੋਢੀ ਸਾਹਿਬ ਸ੍ਰੀ ਗੁਰੂ ਨਾਨਕ ਜੀ ਲਾਹੌਰ ਸ਼ਹਿਰ ਵਿਖੇ ਆਏ। ਨਾਲ ਦੇ ਨਾਲ ਚੌਥੇ ਗੁਰੂ ਰਾਮਦਾਸ ਜੀ ਦਾ ਜਨਮ ਲਾਹੌਰ ਸ਼ਹਿਰ ਦੇ ਵਿੱਚ ਹੀ ਹੋਇਆ। ਜੇ ਗੱਲ ਕਰੀਏ ਆਪਾਂ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੀ ਤਾਂ ਉਸ ਦੀ ਨੀਂਹ ਸਾਈਂ ਮੀਆਂ ਮੀਰ ਜੀ ਨੇ ਲਾਹੌਰ ਸ਼ਹਿਰ ਤੋਂ ਜਾ ਕੇ ਹੀ ਰੱਖੀ। ਪੰਜਮ ਪਿਤਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਲਾਹੌਰ ਸ਼ਹਿਰ ਹੀ ਵਿਖੇ ਹੋਈ। ਜੇ ਆਪਾਂ ਗੱਲ ਕਰਦੇ ਹਾਂ 17ਵੀਂ ਸਦੀ ਦੀ, ਜਦੋਂ ਹਿੰਦੁਸਤਾਨ ਦਾ ਰਾਖਾ ਲਾਹੌਰ ਅਤੇ ਪੰਜਾਬ ਬਣਿਆ ਤਾਂ ਲਾਹੌਰ ਅਤੇ ਪੰਜਾਬ ਨੂੰ ਹੀ ਸਭ ਤੋਂ ਜ਼ਿਆਦਾ ਮਾਤਮ ਅਤੇ ਕੁਰਬਾਨੀ ਦੇਣੀ ਪਈ। ਭਾਈ ਮਨੀ ਸਿੰਘ ਅਤੇ ਭਾਈ ਤਾਰੂ ਸਿੰਘ ਨੂੰ ਵੀ ਲਾਹੌਰ ਸ਼ਹਿਰ ਦੇ ਵਿੱਚ ਹੀ ਸ਼ਹੀਦੀ ਪ੍ਰਾਪਤ ਕਰਨੀ ਪੈਂਦੀ ਹੈ। ਇਸ ਤੋਂ ਬਾਅਦ ਵਕਤ ਬਦਲਦਾ ਹੈ ਅਤੇ ਲਾਹੌਰ ਸ਼ਹਿਰ ਇੱਕ ਸਲਤਨਤ ਬਣ ਜਾਂਦਾ ਹੈ। ਇਸ ਤੋਂ ਬਾਅਦ ਪੰਜਾਬ ਇੱਕ ਵੱਖਰਾ ਮੁਲਕ ਬਣਦਾ ਹੈ ਜਿਸ ਦੀ ਇੱਕ ਪਾਸੇ ਤਾਂ ਸਰਹੱਦ ਲੱਗਦੀ ਹੈ ਲੇਹ ਲਦਾਖ ਔਰ ਦੂਸਰੇ ਪਾਸੇ ਸਿੰਧ ਨਾਲ ਜੁੜਦੀ ਹੈ। ਇੱਕ ਪਾਸੇ ਦੀ ਸਲਤਨਤ ਤਾਂ ਦਰਿਆ ਖੈਬਰ ਨਾਲ ਜੁੜਦੀ ਹੈ ਤੇ ਦੂਸਰੇ ਪਾਸੇ ਸਤਲੁਜ ਦੇ ਨਾਲ, ਔਰ ਇਸ ਤਰ੍ਹਾਂ ਪੰਜਾਬ ਪੂਰਾ ਮੁਲਕ ਬਣ ਜਾਂਦਾ ਹੈ। ਇਸ ਤੋਂ ਬਾਅਦ ਜਦੋਂ ਸਿੱਖ ਸਲਤਨਤ ਖਤਮ ਹੁੰਦੀ ਹੈ ਤੇ ਨਾਲ ਹੀ ਗੋਰੇ ਆ ਜਾਂਦੇ। ਗੋਰਿਆਂ ਦੇ ਖਿਲਾਫ ਵੀ ਸਭ ਤੋਂ ਜ਼ਿਆਦਾ ਆਵਾਜ਼ ਲਾਹੌਰ ਸ਼ਹਿਰ ਹੀ ਉਠਾਉਂਦਾ ਹੈ ਔਰ ਇੱਥੇ ਵੀ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬੀਆਂ ਅਤੇ ਲਾਹੌਰੀਆਂ ਦਾ ਹੁੰਦਾ ਹੈ। ਭਗਤ ਸਿੰਘ ਨੂੰ ਵੀ ਲਾਹੌਰ ਸ਼ਹਿਰ ਦੇ ਵਿੱਚ ਹੀ ਫਾਂਸੀ ਦੇ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਜਦੋਂ ਇਹਨਾਂ ਮੁਲਕਾਂ ਨੂੰ ਆਜ਼ਾਦੀ ਮਿਲਦੀ ਹੈ ਔਰ ਪੰਜਾਬ ਦਾ ਉਜਾੜਾ ਹੁੰਦਾ ਹੈ ਤਾਂ 47 ਦੇ ਵਿੱਚ ਬਹੁਤ ਸਾਰੇ ਸਿੱਖ ਲੋਕ ਇੱਥੋਂ ਹਿਜਰਤ ਕਰਕੇ ਚੜ੍ਹਦੇ ਪਾਸੇ ਚਲ ਜਾਂਦੇ ਨੇ। ਅੱਜ ਦੇ ਦਿਨ ਜਿੱਥੇ ਸਿੱਖਾਂ ਨੂੰ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਦੇ ਵਿਛੋੜੇ ਦਾ ਦੁੱਖ ਹੈ, ਇਹਨਾਂ ਹੀ ਦੁੱਖ ਲਾਹੌਰ ਦਾ ਵੀ ਹੈ। ਇਸ ਕਿਲੇ ਦੇ ਵਿੱਚ ਅੱਜ ਵੀ ਬਹੁਤ ਸਾਰੀਆਂ ਯਾਦਾਂ ਸਿੱਖ ਧਰਮ ਦੀਆਂ ਮੌਜੂਦ ਹਨ। ਇਸ ਕਿਲੇ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਵੀ ਕੈਦ ਕੀਤਾ ਗਿਆ। ਨਾਲ ਦੇ ਨਾਲ ਸਿੱਖ ਦੌਰ ਦੀਆਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਜਿਹਦੇ ਵਿੱਚ ਹਥਿਆਰ, ਤੋਪ, ਗੋਲੇ, ਕਿਰਪਾਨਾਂ, ਹੋਰ ਬਹੁਤ ਸਾਰੀਆਂ ਚੀਜ਼ਾਂ ਅੱਜ ਵੀ ਮੌਜੂਦ ਨੇ। ਸੋ ਆਓ ਚੱਲਦੇ ਹਾਂ, ਲਾਹੌਰ ਦਾ ਇਹ ਕਿਲਾ ਵੇਖਦੇ ਹਾਂ, ਨਾਲ ਦੇ ਨਾਲ ਇਤਿਹਾਸ ਦੇ ਉਹ ਪੰਨੇ ਫਰੋਲਦੇ ਹਾਂ ਅਤੇ ਪ੍ਰਿੰਸੈਸ ਬੰਬਾ ਦੀ ਕਲੈਕਸ਼ਨ ਵੀ ਵੇਖਦੇ ਹਾਂ। ਸੋ ਆਜੋ ਚਲਿਏ ਲਾਹੌਰ ਦੇ ਕਿਲੇ।
ਇਤਿਹਾਸਕਾਰਾਂ ਨੇ ਲਾਹੌਰ ਦਾ ਪੁਰਾਣਾ ਨਾਮ ਲਵਪੁਰ, ਲੋ ਜਾਂ ਲਾਵਾ ਵੀ ਲਿਖਿਆ ਹੈ। ਲਵ ਜੋ ਕਿ ਰਾਮ ਤੇ ਸੀਤਾ ਦਾ ਪੁੱਤਰ ਸੀ, ਉਸ ਦੇ ਨਾਂ ਤੇ ਹੀ ਇਹ ਸ਼ਹਿਰ ਆਬਾਦ ਹੋਇਆ। ਲਹੂ ਤੇ ਕੱਸੂ ਵੀ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਇਹਨਾਂ ਨਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਹ ਲਾਹੌਰ ਸ਼ਹਿਰ ਦੀ ਸਭ ਤੋਂ ਪੁਰਾਣੀ ਤਾਰੀਖ ਦੱਸੀ ਜਾਂਦੀ ਹੈ। ਲੋ ਦਾ ਟੈਂਪਲ ਅੱਜ ਵੀ ਸ਼ਾਹੀ ਕਿਲੇ ਦੇ ਅੰਦਰ ਮੌਜੂਦ ਹੈ, ਜੋ ਆਪਣੇ ਆਪ ਦੇ ਵਿੱਚ ਬਹੁਤ ਸਾਰੀਆਂ ਸਦੀਆਂ ਦਾ ਇਤਿਹਾਸ ਸਮਾਏ ਬੈਠਾ ਹੈ। ਸੋ ਆਓ ਅਸੀਂ ਹੁਣ ਤੁਹਾਨੂੰ ਲਾਹੌਰ ਦੀ ਸਭ ਤੋਂ ਪੁਰਾਣੀ ਤਾਰੀਖ ਔਰ ਲੋ ਦਾ ਟੈਂਪਲ ਜਿਹੜਾ ਹੈ, ਬਹੁਤ ਸਾਰੇ ਇਤਿਹਾਸਕਾਰਾਂ ਨੇ ਇਸ ਨੂੰ ਸਮਾਧੀ ਵੀ ਲਿਖਿਆ ਹੈ। ਸੋ ਆਓ ਚੱਲਦੇ ਹਾਂ ਅੰਦਰ, ਲੋ ਦਾ ਟੈਂਪਲ ਵੇਖਦੇ ਹਾਂ ਜੀ। ਕਿਸੇ ਵੀ ਧਰਮ ਦਾ ਆਦਰ ਸਤਿਕਾਰ ਕਰਨਾ ਸਾਡੇ ਤੇ ਫਰਜ਼ ਹੈ। ਇਸੇ ਕਰਕੇ ਇਸ ਮੰਦਰ ਤੋਂ ਜਾਣ ਤੋਂ ਪਹਿਲਾਂ ਅਸੀਂ ਆਪਣੇ ਜੁੱਤੇ ਲਾਵਾਂਗੇ, ਤਾਂ ਕਿ ਕਿਸੇ ਵੀ ਧਰਮ ਦੇ ਮੰਨਣ ਵਾਲਿਆਂ ਨੂੰ ਇਸ ਦਾ ਬੁਰਾ ਨਾ ਲੱਗੇ ਔਰ ਅਸੀਂ ਪੂਰੇ ਆਦਰ ਸਤਿਕਾਰ ਨਾਲ ਇਹਦੇ ਦਰਸ਼ਨ ਕਰਾਂਗੇ। ਮੇਰੇ ਪਿੱਛੇ ਤੁਹਾਨੂੰ ਦਿਸਣ ਵਾਲਾ ਇਹ ਦਰਵਾਜ਼ੇ ਦਾ ਨਾਮ ਮੁਸੰਮਨ ਦਰਵਾਜ਼ਾ ਵੀ ਆਖਿਆ ਜਾਂਦਾ ਹੈ। ਇਹ ਦਰਵਾਜ਼ਾ ਮੁਗਲ ਰਾਜ ਵੇਲੇ ਬਣਾਇਆ ਗਿਆ। ਕਿਲੇ ਦਾ ਮੇਨ ਦਰਵਾਜ਼ਾ ਉਸ ਵੇਲੇ ਇਹੀ ਹੋਇਆ ਕਰਦਾ ਸੀ। ਇਹ ਦਰਵਾਜ਼ਾ ਅੰਗਰੇਜ਼ਾਂ ਔਰ ਸਿੱਖਾਂ ਦੇ ਦਰਮਿਆਨ ਜਦੋਂ ਲੜਾਈ ਹੋਈ, ਉਹਦੇ ਵਿੱਚ ਇਹ ਦਰਵਾਜ਼ਾ ਤਬਾਹ ਵੀ ਹੋਇਆ। ਜਦੋਂ ਅਸੀਂ ਪੁਰਾਣੇ ਦੌਰ ਦੀਆਂ ਇਤਿਹਾਸਕ ਕਿਤਾਬਾਂ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਦਰਿਆਏ ਰਾਵੀ ਦੇ ਕੰਢੇ ਤੇ ਇਹ ਕਿਲਾ ਇੱਕ ਉੱਚੇ ਟਿੱਬੇ ਉੱਪਰ ਬਣਾਇਆ ਗਿਆ, ਜੋ ਮੁਖਤਲਿਫ ਦੌਰ 'ਚ ਗੁਜ਼ਰਦਿਆਂ ਹੋਇਆਂ ਮੁਖਤਲਿਫ ਤਾਰੀਖ ਆਪਣੇ ਆਪ ਦੇ ਵਿੱਚ ਸਮਾਏ ਬੈਠਾ ਹੈ। ਇਸ ਕਿਲੇ ਦੇ ਵਿੱਚ ਹਜੇ ਹੋਰ ਬਹੁਤ ਕੁਝ ਹੈ। ਤੁਸੀਂ ਸਾਡੇ ਨਾਲ ਜੁੜੇ ਰਹੋ ਔਰ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਇਸ ਕਿਲੇ ਦੀਆਂ ਹੋਰ ਬਹੁਤ ਸਾਰੀਆਂ ਇਤਿਹਾਸਕ ਥਾਵਾਂ। ਲਓ ਜੀ, ਅਸੀਂ ਪਹੁੰਚ ਗਏ ਹਾਂ ਸਿੱਖ ਗੈਲਰੀ ਔਰ ਸਿੱਖ ਗੈਲਰੀ ਦੇ ਵਿੱਚ ਇਹ ਆਰਮਰੀ ਗੈਲਰੀ ਹੈ। ਇੱਥੇ 18ਵੀਂ ਔਰ 19ਵੀਂ ਸਦੀ ਦੇ ਬਹੁਤ ਸਾਰੇ ਹਥਿਆਰ ਜਿਹੜੇ ਨੇ ਉਹ ਇੱਥੇ ਪਏ ਹੋਏ ਨੇ, ਜਿਨ੍ਹਾਂ ਵਿੱਚ ਨਗਾਰੇ, ਕਿਰਪਾਨਾਂ, ਤਲਵਾਰਾਂ, ਬੰਦੂਕਾਂ, ਵੱਖ-ਵੱਖ ਦੌਰ 'ਚ ਜੋ ਹਥਿਆਰ ਜਿਹੜਾ ਹੈ ਇਸਤੇਮਾਲ ਹੁੰਦਾ ਸੀ ਉਹ ਅੰਦਰ ਪਿਆ ਹੋਇਆ। ਇਸ ਤੋਂ ਇਲਾਵਾ ਬਹੁਤ ਸਾਰੀਆਂ ਪੇਂਟਿੰਗਸ ਅੰਦਰ ਮੌਜੂਦ ਨੇ। ਸੋ ਆਓ ਇਹ ਚੀਜ਼ਾਂ ਸਾਰੀਆਂ ਵੇਖਦੇ ਹਾਂ ਜੀ। ਲਓ ਜੀ, ਅਸੀਂ ਮਿਊਜ਼ੀਅਮ ਦੇ ਵਿੱਚ ਪਹੁੰਚ ਗਏ ਹਾਂ, ਸਿੱਖ ਗੈਲਰੀ ਦੇ ਵਿੱਚ, ਔਰ ਇੱਥੇ ਰਾਜਾ ਗੁਲਾਬ ਸਿੰਘ ਜਿਹੜਾ ਕਸ਼ਮੀਰ ਦਾ ਡੋਗਰਾ ਸੀ ਉਹਦੀ ਫੋਟੋ ਲੱਗੀ ਹੈ। ਨਾਲ ਦੇ ਨਾਲ ਰਾਜਾ ਹੀਰਾ ਸਿੰਘ ਉਹਦੀ ਵੀ ਫੋਟੋ ਲੱਗੀ ਹੈ, ਜੋ ਮੇਰਾ ਖਿਆਲ ਹੈ ਧਿਆਨ ਸਿੰਘ ਡੋਗਰੇ ਦਾ ਮੁੰਡਾ ਸੀ। ਦਲੀਪ ਸਿੰਘ ਦੀ ਫੋਟੋ ਲੱਗੀ ਹੈ। ਔਰ ਅਗਰ ਇਸ ਪਾਸੇ ਆਈਏ, ਵਾਹ ਜੀ ਵਾਹ, ਇਹ ਮਹਾਰਾਜਾ ਰਣਜੀਤ ਸਿੰਘ ਦੇ ਮੁਸ਼ੀਰ ਔਰ ਉਹਨਾਂ ਦੇ ਜਿਹੜੇ ਉਸ ਵੇਲੇ ਸੀਗੇ ਵਜ਼ੀਰ, ਉਹਨਾਂ ਦੀਆਂ ਫੋਟੋਆਂ ਨੇ। ਲੇਕਿਨ ਸਭ ਤੋਂ ਸੋਹਣੀ ਗੱਲ ਇਹ ਹੈ ਕਿ ਹਾਥੀ ਦੇ ਦੰਦ ਦੇ ਉੱਪਰ ਇਹ ਚੀਜ਼ਾਂ ਜਿਹੜੀਆਂ ਫੋਟੋਆਂ ਨੇ ਉਹ ਬਣੀਆਂ ਹੋਈਆਂ ਨੇ। ਇੱਥੇ ਲਿਖਿਆ ਹੋਇਆ ਹੈ ਕਿ ਹਾਥੀ ਕੇ दांत पर मबनी तस्वीर ਜਿਹੜੀਆਂ ਨੇ ਉਹ ਬਣਾਈਆਂ ਗਈਆਂ ਨੇ। ਇਹਦੇ 'ਚ ਬਹੁਤ ਸਾਰੇ ਨਾਮ ਨੇ, ਗੁਲਾਬ ਸਿੰਘ, ਤੇਜਾ ਸਿੰਘ, ਨਿਹਾਲ ਸਿੰਘ, ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਜੋ ਉਹਨਾਂ ਦੇ ਮੁਸ਼ੀਰ ਸਨ।
ਵੱਖ-ਵੱਖ ਦੌਰ ਦੇ ਵਿੱਚ ਜੀ ਵੱਖ-ਵੱਖ ਤਰ੍ਹਾਂ ਦੇ ਸ਼ਸਤਰ ਇਸਤੇਮਾਲ ਕੀਤੇ ਗਏ। ਮੇਰੀ ਬੈਕ ਸਾਈਡ ਤੇ ਤੁਸੀਂ ਵੇਖ ਸਕਦੇ ਹੋ, ਵਾਹ ਜੀ ਵਾਹ, ਮੇਰਾ ਖਿਆਲ ਹੈ ਕਾਫੀ ਵਜ਼ਨੀ ਹੋਣਗੇ। ਔਰ ਕਿਉਂਕਿ ਉਸ ਵੇਲੇ ਦੇ ਲੋਕ ਜਿਹੜੇ ਨੇ ਉਹ ਬੜੇ ਦਲੇਰ ਹੁੰਦੇ ਸੀ। ਮੁਗਲ ਤਰਜ਼ ਦੀਆਂ ਤਲਵਾਰਾਂ ਜਿਹੜੀਆਂ ਨੇ ਇਹ ਇੱਥੇ ਪਈਆਂ ਹੋਈਆਂ ਨੇ। ਮੁਗਲ ਤਰਜ਼, ਇਹ ਜ਼ਰੂਰੀ ਨਹੀਂ ਕਿ ਇਹ ਮੁਗਲਾਂ ਨੇ ਹੀ ਇਸਤੇਮਾਲ ਕੀਤੀਆਂ, ਹਰ ਦੌਰ ਦੇ ਵਿੱਚ ਤਰ੍ਹਾਂ ਦੇ ਸ਼ਸਤਰ ਸਨ। ਇਹ ਸ਼ਸਤਰ ਜਿਹੜੇ ਇਸਤੇਮਾਲ ਹੋਏ ਨੇ ਇਹ ਖਾਲਸਾ ਦੌਰ ਦੇ ਵਿੱਚ ਹੋਏ ਨੇ, ਲੇਕਿਨ ਇਹ ਤਰਜ਼ ਜਿਹੜੀ ਹੈ ਇਹ ਮੁਗਲ ਤਰਜ਼ ਹੈ। ਹੋ ਸਕਦਾ ਹੈ ਉਸ ਵੇਲੇ ਇਹਦੇ ਵਿੱਚ ਇਹ ਵੇਖੋ ਤੋੜੇਦਾਰ ਬੰਦੂਕ ਜਿਹਨੂੰ ਆਪਾਂ ਕਹਿੰਦੇ ਹਾਂ, ਔਰ ਕਾਫੀ ਲੰਬੀਆਂ ਨੇ ਇਹ ਬੰਦੂਕਾਂ। ਇਹ ਸਟਾਈਲ ਮੈਂ ਕਿਤੇ ਵੀ ਨਹੀਂ ਵੇਖਿਆ। ਇਸੇ ਤਰ੍ਹਾਂ ਆਪਾਂ ਅੱਗੇ ਚੱਲਦੇ ਹਾਂ ਕਿਉਂਕਿ ਸਮਾਨ ਇੱਥੇ ਬਹੁਤ ਜ਼ਿਆਦਾ ਹੈ ਜੀ। ਇੱਥੇ ਤਾਂ ਆਪਾਂ 4 ਘੰਟੇ ਵੀ ਲੱਗੇ ਰਹੇ ਤਾਂ ਵੀ ਇੱਥੇ ਜੀ ਤਲਵਾਰਾਂ ਔਰ ਇਹ ਢਾਲ ਹੈ ਜੀ। ਢਾਲ ਉਸ ਵੇਲੇ ਆਪਣੇ ਆਪ ਨੂੰ ਬਚਾਉਣ ਲਈ ਜਿਹੜੀਆਂ ਨੇ ਉਹ ਯੂਜ਼ ਕੀਤੀ ਜਾਂਦੀ। ਇਹਨਾਂ ਦਾ ਪੀਰੀਅਡ ਵੀ 1799 ਤੋਂ 1849 ਤੱਕ ਦੱਸਿਆ ਜਾਂਦਾ ਹੈ। ਇਹਨਾਂ ਤਲਵਾਰਾਂ ਦੀ ਲੰਬਾਈ ਬਹੁਤ ਹੈ, ਤੁਸੀਂ ਵੇਖ ਸਕਦੇ ਹੋ। ਔਰ ਇਹ ਉਸ ਦੌਰ ਦੀਆਂ ਛੋਟੀਆਂ ਬੰਦੂਕਾਂ ਆਪਾਂ ਕਹਿ ਸਕਦੇ ਹਾਂ। ਇਹਦਾ ਨਾਮ ਮੈਨੂੰ ਨਹੀਂ ਪਤਾ, ਲੇਕਿਨ ਬੜੀਆਂ ਡਿਫਰੈਂਟ ਤੇ ਯੂਨੀਕ ਲੱਗਣ ਦਈਆਂ ਨੇ। ਵਾਹ ਜੀ ਵਾਹ। ਇਹ ਵੇਖੋ ਜੀ ਬਰਸ਼ੇ, ਇਹ 1799 ਤੋਂ 1846 ਤੱਕ ਦਾ ਦੌਰ ਦੇ ਵਿੱਚ ਇਹ ਬਰਸ਼ੇ ਜਿਹੜੇ ਨੇ ਇਸਤੇਮਾਲ ਹੋਏ ਨੇ। ਲਗਭਗ 9 ਤੋਂ 10 ਫੁੱਟ ਇਹਦੀ ਹਾਈਟ ਹੈ। ਔਰ ਅਗਰ ਅਸੀਂ ਇਸ ਪਾਸੇ ਵਿਖਾ ਸਕੀਏ ਤਾਂ ਕੁਝ ਬਰਸ਼ੇ ਜਿਹੜੇ ਨੇ ਉੱਥੇ ਵੀ ਲਗਾਏ ਗਏ ਨੇ ਔਰ ਇਹਨਾਂ ਦੀ ਲੰਬਾਈ ਲਗਭਗ 14 ਤੋਂ 15 ਫੀਟ ਤੱਕ ਹੈਗੀ ਹੈ। ਅਗਰ ਇਹ ਤੁਸੀਂ ਸਾਹਮਣੇ ਵੇਖ ਰਹੇ ਹੋ ਜਿਹੜੇ ਨਗਾਰੇ ਨੇ ਉਸ ਦੌਰ ਦੇ ਵਿੱਚ, ਇਹਨਾਂ ਨੂੰ ਵੀ ਸਿੱਖ ਫੌਜ ਦਾ ਬੈਂਡ ਕਿਹਾ ਜਾਂਦਾ ਸੀ ਉਸ ਵੇਲੇ। ਔਰ ਇਹ ਬੈਂਡ ਉਸ ਵੇਲੇ ਯੂਜ਼ ਹੁੰਦੇ ਸੀ ਡਿਫਰੈਂਟ ਤਰ੍ਹਾਂ ਦੇ ਵਿੱਚ, ਜਿਸ ਤਰ੍ਹਾਂ ਆਰਮੀ ਦੇ ਵਿੱਚ ਯੂਜ਼ ਹੁੰਦੀਆਂ ਨੇ। ਇਸ ਤਰ੍ਹਾਂ ਪਿੱਛੇ ਤੁਸੀਂ ਵੇਖ ਸਕਦੇ ਹੋ ਬੜੇ ਛੋਟੇ ਕਿਰਪਾਨ, ਖੰਜਰ, ਕੜੇ, ਬੰਦੂਕਾਂ, ਕੁਲਹਾੜੀਆਂ ਤਰ੍ਹਾਂ ਦੇ ਗੰਡਾਸੇ ਔਰ ਹੋਰ ਬੜੀਆਂ ਖੂਬਸੂਰਤ ਨੇਜ਼ਿਆਂ ਦੀ ਲੰਬਾਈ ਜਿਹੜੀ ਹੈ ਇਹ ਲਗਭਗ 20 ਫੁੱਟ ਤੱਕ ਚਲੀ ਜਾਂਦੀ ਹੈ। ਜੇ ਆਪਾਂ ਅੱਗੇ ਵੱਧਦੇ ਹਾਂ ਤਾਂ ਇਹ ਦੇਖੋ ਹੋਰ ਸ਼ਸਤਰ, ਹੋਰ ਇਹ ਬੰਦੂਕਾਂ ਜਿਹੜੀਆਂ ਨੇ ਬੜੀਆਂ ਲੰਬੀਆਂ ਔਰ ਬੜੀਆਂ ਨਾਯਾਬ ਬੰਦੂਕਾਂ ਨੇ ਜੀ। ਇਹਨਾਂ ਉੱਪਰ ਜ਼ਰੂਰ ਸਨ ਲਿਖਿਆ ਹੋਏਗਾ, ਲੇਕਿਨ ਵੱਖ-ਵੱਖ ਦੌਰ ਦੇ ਵਿੱਚ ਇਹ ਇਸਤੇਮਾਲ ਹੋਈਆਂ। ਖਾਸ ਕਰਕੇ ਬੰਦੂਕ ਜਿਹੜੀ ਹੈ ਉਹ ਖਾਲਸਾ ਰਾਜ ਦੇ ਦੌਰ ਦੇ ਵਿੱਚ ਹੀ ਆ ਚੁੱਕੀ ਸੀ। ਇਹ ਵੇਖੋ ਜੀ ਇੱਥੇ ਹੋਰ ਮੁਖਤਲਿਫ ਤਰ੍ਹਾਂ ਦੀਆਂ ਤਲਵਾਰਾਂ ਨੇ, ਲੇਕਿਨ ਇਹਨਾਂ ਦੀ ਲੰਬਾਈ ਔਰ ਚੌੜਾਈ ਬਹੁਤ ਘੱਟ ਹੈ। ਇਹ ਵੀ ਇਹਨਾਂ ਦਾ ਜ਼ਿਆਦਾ ਰੁਝਾਨ ਵੀ 1799 ਤੋਂ 1846 ਤੱਕ ਹੀ ਰਿਹਾ। ਔਰ ਇਹ ਵੇਖੋ ਜੀ ਇਹ ਬੜੀ ਡਿਫਰੈਂਟ ਚੀਜ਼ ਯੂਰਪੀ ਸਾਖਤ ਦੀਆਂ ਜਿਹੜੀਆਂ ਚੀਜ਼ਾਂ ਨੇ, ਮੇਰਾ ਖਿਆਲ ਹੈ ਬੰਦੂਕ ਤੋਂ ਅੱਗੇ ਯੂਜ਼ ਹੋਣ ਵਾਲੀਆਂ ਚੀਜ਼ਾਂ ਹੋਣਗੀਆਂ। ਇਸ ਤਰ੍ਹਾਂ ਵੇਖੋ ਤੀਰ ਕਮਾਨ ਜਿਹੜੇ ਉਸ ਵੇਲੇ ਬੜਾ ਅਹਿਮ ਹਥਿਆਰ ਸਮਝਿਆ ਜਾਂਦਾ ਸੀ। ਤੀਰ ਜਿਹੜਾ ਸੀ ਉਹਦੇ ਨਾਲ ਬੜੀਆਂ ਜੰਗਾਂ ਫਤਿਹ ਹੁੰਦੀਆਂ ਸੀ ਉਸ ਵੇਲੇ। ਕਿਲੇ ਦੇ ਉੱਪਰੋਂ ਹੀ ਲੋਕ ਬਹਿ ਕੇ ਤੀਰ ਕਮਾਨ ਦੇ ਜ਼ਰੀਏ ਆਪਣਾ ਨਿਸ਼ਾਨਾ ਉਹ ਬਣਾਉਂਦੇ ਸੀ। ਇਹ ਜੀ ਦਰਮਿਆਨ ਦੇ ਵਿੱਚ ਬੜੀਆਂ ਯੂਨੀਕ ਚੀਜ਼ਾਂ ਪਈਆਂ ਨੇ ਜੀ। ਵੇਖੋ ਜੀ ਵੱਖ-ਵੱਖ ਤਰ੍ਹਾਂ ਦੀਆਂ ਕਿਰਪਾਨਾਂ ਪਈਆਂ ਨੇ ਔਰ ਇਹ ਕੰਡੇ ਪਏ ਨੇ। ਮੇਰਾ ਖਿਆਲ ਹੈ ਇਹ ਕੰਡੇ ਦਾ ਇਸਤੇਮਾਲ ਹਾਥੀਆਂ, ਘੋੜੇ ਜਦੋਂ ਡਿਫੈਂਸਿਵ ਤੌਰ ਤੇ ਲੋਕ ਇਸ ਚੀਜ਼ ਦਾ ਇਸਤੇਮਾਲ ਕਰਦੇ ਹੋਣੇ, ਜਾਂ ਹੋ ਸਕਦਾ ਹੈ ਕੋਈ ਹਥਿਆਰ ਹੋਵੇ। ਔਰ ਇਸੇ ਤਰ੍ਹਾਂ ਇਹ ਵੇਖੋ ਜੀ ਮੇਰਾ ਖਿਆਲ ਹੈ ਗੋਲਿਆਂ ਦੇ ਨਾਲ ਜਦੋਂ ਜੰਗ ਦੇ ਮੈਦਾਨ 'ਚ ਉਤਰਦੇ ਹੋਣੇ ਤੇ ਇਹ ਗੋਲਿਆਂ ਦੇ ਨਾਲ ਜਿਹੜਾ ਹੈ ਵਾਰ ਕਰਦੇ ਹੋਣੇ। ਇਹ ਪੱਟੇ ਪਏ ਹੋਏ ਨੇ, ਕੁਝ ਘੋੜਿਆਂ ਦੇ ਇਸਤੇਮਾਲ ਦੇ ਵਿੱਚ ਨੇ, ਕੁਝ ਹੋਰ ਨੇ। ਇਹ ਬਹੁਤ ਹੀ ਡਿਫਰੈਂਟ ਤਰ੍ਹਾਂ ਦੀਆਂ ਕਿਰਪਾਨਾਂ ਇੱਥੇ ਹੋਰ ਪਈਆਂ ਹੋਈਆਂ ਨੇ। ਇੱਥੇ ਹੋਰ ਕਾਫੀ ਚੀਜ਼ਾਂ ਨੇ ਜੀ। ਇਹ ਵੇਖੋ ਇੱਕ ਦੂਰਬੀਨ ਪਈ ਹੋਈ ਹੈ, ਮੇਰਾ ਖਿਆਲ ਹੈ ਦੂਰਬੀਨ ਹੀ ਹੈ। ਔਰ ਦੂਰਬੀਨ ਦੀ ਲੰਬਾਈ 2 ਫੁੱਟ ਤੋਂ ਵੀ ਜ਼ਿਆਦਾ ਮੈਨੂੰ ਲੱਗਦੀ ਹੈ। ਔਰ ਸ਼ੇਰ ਦਾ ਇਹਦਾ ਮੂੰਹ ਬਣਿਆ ਹੋਇਆ ਹੈ। ਨਾਲ ਦੇ ਨਾਲ ਬੰਦੂਕ ਔਰ ਕੁਝ ਬਾਰੂਦ ਜਿਹੜੇ ਨੇ ਉਹ ਪਏ ਹੋਇਆ ਹੈ। ਬਾਰੂਦ ਜਿਹੜਾ ਹੈ ਉਸ ਵੇਲੇ ਦਾ, ਇਸ ਬਾਰੂਦ ਨੂੰ ਇਸਤੇਮਾਲ ਕਰਨ ਦਾ ਵੀ ਢੰਗ ਵੱਖਰਾ ਹੋਣਾ ਹੈ। ਬਣਾਉਣ ਵਾਸਤੇ ਵੀ ਵੱਖ-ਵੱਖ ਚੀਜ਼ਾਂ ਹੁੰਦੀਆਂ ਸੀ। ਇਹ ਵੇਖੋ ਇਹਦੇ ਜ਼ਰੀਏ ਇਹ ਬਾਰੂਦ ਬਣਾਇਆ ਜਾਂਦਾ ਸੀ। ਔਰ ਫਿਰ ਜਿਹੜੇ ਪਿਸਟਲ ਸਨ ਉਸ ਦੌਰ ਦੇ ਉਹ ਇਸਤੇਮਾਲ ਕੀਤੇ ਜਾਂਦੇ ਸਨ। ਇਹ ਵੇਖੋ ਜੀ ਗੋਲਿਆਂ ਵਾਸਤੇ ਵੀ ਬਾਕਾਇਦਾ ਇੱਕ ਚੀਜ਼ ਹੁੰਦੀ ਸੀ, ਇਹਦੇ 'ਚ ਗੋਲਾ ਬਣਾਇਆ ਜਾਂਦਾ ਸੀ। ਔਰ ਫਿਰ ਅੱਗੇ ਹੋਰ ਵੱਖ-ਵੱਖ ਤਰ੍ਹਾਂ ਦੀਆਂ ਬੰਦੂਕਾਂ ਆ ਜਾਂਦੀਆਂ ਨੇ। ਇਸ ਤਰ੍ਹਾਂ ਇਹ ਵੇਖੋ ਜੀ ਇਸ ਪਾਸੇ ਪਠਾਣੀ ਛੁਰੇ ਜਿਹੜੇ ਨੇ ਇਹ ਵੱਖ-ਵੱਖ ਚੀਜ਼ਾਂ ਵਿੱਚ ਇਸਤੇਮਾਲ ਹੋਣੇ ਸੀ, ਕਿਉਂਕਿ ਹਰ ਦੌਰ ਦੇ ਵਿੱਚ ਲੜਨ ਵਾਲਾ ਵੱਖ-ਵੱਖ ਤਰ੍ਹਾਂ ਦਾ ਹਥਿਆਰ ਇਸਤੇਮਾਲ ਕਰਦਾ ਸੀ। ਔਰ ਇਹ ਯੂਰਪੀ ਤਰਜ਼ ਦੀਆਂ ਛੋਟੀਆਂ ਜਿਹੜੀਆਂ ਬਹੁਤ ਬਾਅਦ ਦੇ ਵਿੱਚ ਆਈਆਂ ਕਿਰਪਾਨਾਂ ਥੋੜ੍ਹੀਆਂ ਹਲਕੀਆਂ ਸੀਗੀਆਂ ਤਲਵਾਰਾਂ ਤੇ ਕਿਰਪਾਨਾਂ ਜਿਹੜੀਆਂ ਨੇ। ਤਲਵਾਰ ਕਿਰਪਾਨ ਦੇ ਵਿੱਚ ਫ਼ਰਕ ਹੈ ਥੋੜ੍ਹਾ ਜਿਹਾ। ਤਲਵਾਰ ਦਾ ਮਤਲਬ ਹੈ ਤਲ ਤੇ ਵਾਰ ਕਰਨਾ, ਕਿਰਪਾਨ ਦਾ ਮਤਲਬ ਜੋ ਗੁਰੂ ਨੇ ਸਾਨੂੰ ਬਖਸ਼ੀ ਹੈ ਕਿਰਪਾ ਜਾਂ ਆਉਣ ਵਾਸਤੇ ਜਿਹੜੀ ਚੀਜ਼ ਇਸਤੇਮਾਲ ਹੋਵੇ ਉਹਨੂੰ ਕਿਰਪਾਨ ਆਖਿਆ ਜਾਂਦਾ ਹੈ। ਇਹ ਜੀ ਢਾਲ ਔਰ
ਉਸ ਦੌਰ ਦੇ ਜਿਹੜੇ ਸੀਨਾ ਪੋਸ਼ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਕਿ ਜੰਗ ਦੇ ਮੈਦਾਨ ਦੇ ਵਿੱਚ ਆਪਣੇ ਆਪ ਨੂੰ ਬਚਾਉਣ ਲਈ ਜਿਹੜਾ ਇੱਕ ਢਾਲ, ਇੱਕ ਪੂਰਾ ਲਿਬਾਸ ਪਹਿਨਿਆ ਜਾਂਦਾ ਸੀ, ਉਹਦਾ ਇੱਕ ਨਮੂਨਾ ਸਾਡੇ ਸਾਹਮਣੇ ਹੈ। ਇਹ ਸਾਰੀਆਂ ਸਿੱਖ ਰਾਜ ਦੀਆਂ ਚੀਜ਼ਾਂ ਨੇ, ਸਿੱਖ ਦੌਰ ਦੀ, ਸਿੱਖ ਪੀਰੀਅਡ ਦੀਆਂ ਚੀਜ਼ਾਂ ਨੇ। ਇਸ ਸਾਈਡ ਤੇ ਵੇਖੀਏ ਤਾਂ ਬੰਦੂਕਾਂ ਦੇ ਛੋਟੇ ਛੋਟੇ ਬੰਦੂਕਾਂ ਨੇ, ਜਿਹਨੂੰ ਆਪਾਂ ਤਮਾਚੇ ਵੀ ਕਹਿ ਸਕਦੇ ਹਾਂ। ਤਮਾਂਚੇ ਜਿਹੜੇ ਨੇ ਇਹਨਾਂ ਦਾ ਸਾਈਜ਼ ਥੋੜ੍ਹਾ ਛੋਟਾ ਹੁੰਦਾ ਹੈ, ਲੇਕਿਨ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਵੱਖ-ਵੱਖ ਦੌਰ ਦੀਆਂ ਵੱਖ-ਵੱਖ ਚੀਜ਼ਾਂ ਜਿਹੜੀਆਂ ਨੇ, ਇਹ ਵੇਖੋ ਇਹਦੇ ਉੱਪਰ ਲਿਖਿਆ ਵੀ ਹੋਇਆ ਹੈ 1799 ਤੋਂ ਲੈ ਕਰਕੇ 1846 ਤੱਕ ਇਹ ਸਾਰਾ ਸਾਜ਼ੋ ਸਾਮਾਨ ਜੰਗਾਂ ਦੇ ਵਿੱਚ ਇਸਤੇਮਾਲ ਕੀਤਾ ਗਿਆ ਤੇ ਇਹਦੀ ਡਿਫੈਂਸ ਵਾਸਤੇ ਲਾਹੌਰ ਦੀ ਹਕੂਮਤ ਦੀ ਡਿਫੈਂਸ ਵਾਸਤੇ ਜਿਹੜਾ ਹੈ ਇਸਤੇਮਾਲ ਹੋਇਆ। ਇਸੇ ਤਰ੍ਹਾਂ ਜਿਸ ਤਰ੍ਹਾਂ ਖਾਲਸਾ ਰਾਜ ਖ਼ਤਮ ਹੁੰਦਾ ਗਿਆ, ਅੱਗੇ ਉਹਦੀਆਂ ਪੇਂਟਿੰਗਸ ਆ ਜਾਂਦੀਆਂ ਨੇ। ਗੁਜਰਾਤ ਦੇ ਵਿੱਚ ਜੀ ਬੜੀ ਅਹਿਮ ਲੜਾਈ ਹੋਈ ਸੀ ਚਿਲਿਆਂਵਾਲੇ ਦੇ ਵਿੱਚ, ਔਰ 21 ਫਰਵਰੀ 1849 ਜਿਸ ਤੋਂ ਬਾਅਦ ਖਾਲਸਾ ਰਾਜ ਨਹੀਂ ਰਿਹਾ ਔਰ ਗੋਰਿਆਂ ਦੀ ਜਿਹੜੀ ਸਲਤਨਤ ਹੈ ਉਹ ਕਾਇਮ ਹੋਈ। ਵੈਸੇ ਤਾਂ ਗੋਰਿਆਂ ਦੇ ਨਾਲ 1809 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਇੱਕ ਟ੍ਰੈਟੀ ਸਾਈਨ ਕਰਦਾ ਹੈ, ਟ੍ਰੀਟੀ ਆਫ ਫਰੈਂਡਸ਼ਿਪ, ਜਿਹਨੂੰ ਅੰਮ੍ਰਿਤਸਰ ਦਾ ਮੁਆਹਦਾ ਵੀ ਕਿਹਾ ਜਾਂਦਾ ਹੈ, ਔਰ ਇਸੇ ਕਰਕੇ ਉਹ ਦਲੀਪ ਸਿੰਘ ਨੂੰ ਲੈ ਕੇ ਗਿਆ ਸੀ ਕਿ ਟ੍ਰੀਟੀ ਜਿਹੜੀ ਹੈ ਉਹ ਉੱਥੇ ਉਹਨਾਂ ਨੇ ਦੁਬਾਰਾ ਉਹਦੇ ਕੋਲ ਸਾਈਨ ਕਰਾ ਲਈ ਹੋਣੀ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਹੋਣੀਆਂ। ਇਹ ਜੀ ਫਿਰੋਜ਼ ਸ਼ਹਿਰ ਦੇ ਵਿੱਚ ਸਿੱਖਾਂ ਦੀ ਜੰਗ ਜਿਹੜੀ ਗੋਰਿਆਂ ਦੇ ਖਿਲਾਫ ਹੋਈ ਸੀ ਔਰ ਇਹ ਬੈਟਲ ਹੋਇਆ ਸੀ 1845 ਦੇ ਕਰੀਬ 1845 ਦੇ ਵਿੱਚ ਹੀ ਹੋਇਆ ਸੀ। ਤੇ ਵੇਖੋ ਜੀ ਬੈਟਲ ਦਾ ਇੱਕ ਉਹਨਾਂ ਨੇ ਦਿੱਤਾ ਹੋਇਆ ਹੈ ਕਿ ਬੈਟਲ ਕਿਸ ਤਰ੍ਹਾਂ ਹੋਇਆ ਸੀ। ਇੱਕ ਤਸਵੀਰ ਜਿਹੜੀ ਹੈ ਉਹ ਵੀ ਸਾਹਮਣੇ ਆ ਗਈ ਹੈ। ਅੱਗੇ ਤੁਰਦੇ ਹਾਂ ਜੀ, ਰਾਮਨਗਰ ਮੇਂ ਸਿੱਖੋਂ ਕੀ ਜੰਗ, ਜਿਹੜੀ ਰਾਮਨਗਰ ਦੇ ਵਿੱਚ ਸਿੱਖਾਂ ਦੀ ਜੰਗ ਗੋਰਿਆਂ ਦੇ ਨਾਲ ਹੋਈ ਸੀ 1848 ਦੇ ਵਿੱਚ ਗਾਲਿਬਨ, ਉਹਦੀ ਇੱਕ ਤਸਵੀਰ ਜਿਹੜੀ ਹੈ ਉਹ, ਕਿਉਂਕਿ ਇਸੇ ਤਰ੍ਹਾਂ ਆਹਿਸਤਾ ਸਿੱਖ ਪੀਰੀਅਡ ਦੇ ਵਿੱਚ ਬਹੁਤ ਸਾਰੀਆਂ ਜੰਗਾਂ ਹਾਰੀਆਂ ਗਈਆਂ ਔਰ ਮਹਾਰਾਜਾ ਰਣਜੀਤ ਸਿੰਘ ਦੇ ਪਰਦਾ ਕਰਨ ਤੋਂ ਬਾਅਦ ਜਿਹੜਾ ਹੈ ਇਹ ਵੀ ਜਿਹੜਾ ਹੈ ਜੰਗੇ ਫਿਰੋਜ਼ਾ ਦੇ ਵਿੱਚ ਦੀ ਇੱਕ, ਦੇਖੋ ਮਹਾਰਾਜਾ ਰਣਜੀਤ ਸਿੰਘ ਦੀ ਬੜੀ ਨਾਯਾਬ ਉਸ ਦੌਰ ਦੀ ਖੂਬਸੂਰਤ ਫੋਟੋ ਹੈ ਔਰ ਮਹਾਰਾਜਾ ਰਣਜੀਤ ਸਿੰਘ ਨੇ 1839 ਦੇ ਵਿੱਚ ਜਿਹੜਾ ਹੈ ਉਹ ਕੂਚ ਕੀਤੀ ਔਰ ਉਸ ਤੋਂ ਬਾਅਦ ਖਾਲਸਾ ਰਾਜ ਜਿਹੜਾ ਹੈ ਉਹ 1 ਫੁੱਟ ਹੀ ਅੱਗੇ ਵਧਣ ਦੀ ਬਜਾਏ ਖ਼ਤਮ ਹੋ ਗਿਆ 10 ਸਾਲਾਂ ਬਾਅਦ। ਔਰ ਇਹ ਵੇਖੋ ਜੀ ਅਲੀਵਾਲ ਦੇ ਸਿੱਖੋਂ ਦੀ ਲੜਾਈ ਜਿਹੜੀ ਹੈ ਉਹ ਇੱਥੇ ਮੈਂਸ਼ਨ ਹੈ, 1846 ਦੇ ਵਿੱਚ ਇਹ ਲੜਾਈ ਹੋਈ ਹੈ। ਇਸੇ ਤਰ੍ਹਾਂ ਮੂਦ ਦੀ ਲੜਾਈ ਜਿਹੜੀ ਹੈ ਉਹ ਵੀ ਮੂਦਕੀ ਦੀ ਲੜਾਈ ਜਿਹੜੀ ਸੀ, ਜੰਗ ਸੀ, ਉਹਦਾ ਇੱਕ ਦ੍ਰਿਸ਼ ਜਿਹੜਾ ਹੈ 1845 ਦਾ ਉਹ ਵੀ ਸਾਡੇ ਸਾਹਮਣੇ ਹੈ। ਅੱਗੇ ਵਧਦੇ ਹੋਏ ਕੁਝ ਹੋਰ ਇੱਥੇ ਪੇਂਟਿੰਗਸ ਬੜੀਆਂ ਨਾਯਾਬ ਨੇ। ਮੁਲਤਾਨ ਸ਼ਹਿਰ ਬਹੁਤ ਔਖਾ ਫਤਹ ਹੋਇਆ ਸੀ ਜਦੋਂ ਸਿੱਖ ਰਾਜ ਸੀ ਔਰ ਬੜੇ ਅਹਿਮ ਯੋਧੇ ਉਹਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਸੀ ਔਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। ਜ਼ਮਜ਼ਮਾ ਤੋਪ ਦਾ ਬੜਾ ਉਹਦੇ 'ਚ ਕਿਰਦਾਰ ਨਜ਼ਰ ਆਉਂਦਾ ਹੈ ਔਰ ਉਸ ਦੀ ਮੁਲਤਾਨ ਜਦੋਂ ਹਾਰਿਆ 1849 ਦੇ ਵਿੱਚ, ਉਹਦਾ ਇੱਕ ਦ੍ਰਿਸ਼ ਜਿਹੜਾ ਹੈ ਉਹ ਇੱਥੇ ਬਣਿਆ ਹੋਇਆ ਹੈ। ਇਹ ਇੱਕ ਹੋਰ ਲੜਾਈ ਜਿਹੜੀ ਹੈ ਚਿਲਿਆਂਵਾਲਾ ਦੀ ਔਰ ਚਿਲਿਆਂਵਾਲਾ ਦੀ ਤੇ ਆਖਰੀ ਹੀ ਲੜਾਈ ਸੀ। ਕੁਝ ਹੋਰ ਪੇਂਟਿੰਗਸ ਨੇ, ਕੁਝ ਹੋਰ ਚੀਜ਼ਾਂ ਨੇ, ਕਿਉਂਕਿ ਇੱਥੇ ਇੰਨਾ ਕੁਝ ਪਿਆ ਹੋਇਆ ਹੈ। ਇਹ ਵੇਖੋ ਇੱਕ ਬਹੁਤ ਹੀ ਖੂਬਸੂਰਤ ਪੇਂਟਿੰਗ ਹੈ ਉਸ ਦੌਰ ਦੀ। ਮੇਰਾ ਖਿਆਲ ਹੈ ਜਦੋਂ ਸਿੱਖ ਹਾਰ ਗਏ ਸੀਗੇ ਤੇ ਉਸ ਤੋਂ ਬਾਅਦ ਜਿਹੜਾ ਹੈ ਜਦੋਂ ਗੋਰਿਆਂ ਨੂੰ ਕਮਾਂਡ ਮਿਲਿਆ ਤਾਂ ਗੋਰੇ ਆਪਣੀ ਰਿਸੈਪਸ਼ਨ ਕਰ ਰਹੇ ਨੇ ਔਰ ਜਿਹੜੇ ਦੂਸਰੇ ਨੇ ਸਿੱਖ ਜਾਂ ਪੰਜਾਬੀ ਲੋਕ ਉਹ ਬੜੇ ਹੀ ਖਫਾ ਨੇ, ਕਿਉਂਕਿ ਪੰਜਾਬ ਦਾ ਪਸਾਰਾ ਸਿੱਖ ਰਾਜ ਦੇ ਵਿੱਚ ਇਤਨਾ ਕੁ ਵੱਡਾ ਹੋ ਗਿਆ ਸੀ ਕਿ 5 ਲੱਖ ਮੁਰੱਬਾ ਕਿਲੋਮੀਟਰ ਜਿਹੜੀ ਸੀ ਇਹ ਪੰਜਾਬ ਫੈਲਿਆ ਹੋਇਆ ਸੀ। ਪੰਜਾਬ ਜੋ ਅਸੀਂ ਹੁਣ ਦੇਖਦੇ ਹਾਂ ਇਹਦੇ 10 ਟੁਕੜੇ ਹੋ ਚੁੱਕੇ ਨੇ ਵੱਖ-ਵੱਖ ਦੌਰ ਦੇ ਵਿੱਚ। ਪੰਜਾਬ ਜਿਹੜਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਹੀ ਇੱਕ ਸਲਤਨਤ ਸੀ ਔਰ ਇਹ ਐਸਾ ਮੁਲਕ ਸੀ ਕਿ ਉਸੇ ਹੀ ਦੌਰ ਦੇ ਵਿੱਚ ਕੋਈ ਇੱਥੇ ਫਾਂਸੀ ਨਹੀਂ ਹੋਈ। ਇਹ ਕੋੜੇ ਬਾਰੇ ਸਾਨੂੰ ਮੈਡਮ ਨੇ ਦੱਸਿਆ ਵੀ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਦਾ ਮੁਗਾਲਤਾ ਹੈ ਕਿ ਕੋੜਾ ਮਹਾਰਾਜਾ ਰਣਜੀਤ ਸਿੰਘ ਦਾ ਹੈ, ਲੇਕਿਨ ਅਸਲ ਦੇ ਵਿੱਚ ਇਹ ਸਾਜ਼ੋ ਸਾਮਾਨ ਜਿਹੜਾ ਹੈ ਜੋ ਕੋੜੇ ਦੇ ਉੱਪਰ ਲਗਾਇਆ ਗਿਆ ਹੈ ਇਹ ਮਹਾਰਾਜਾ ਰਣਜੀਤ ਸਿੰਘ ਦਾ ਹੈ, ਲੇਕਿਨ ਕੋੜਾ ਜਿਹੜਾ ਹੈ ਇਹ ਮਹਾਰਾਜਾ ਰਣਜੀਤ ਸਿੰਘ ਦਾ ਬਿਲਕੁਲ ਨਹੀਂ ਹੈ। ਇਸ ਕੋੜੇ ਦੀ ਬੈਕ ਸਾਈਡ ਤੇ ਤੁਸੀਂ ਵੇਖ ਸਕਦੇ ਹੋ ਕੁਝ ਪੱਟੇ ਨੇ ਔਰ ਕੁਝ ਡਿਫਰੈਂਟ ਤਰਜ਼ ਦੇ ਹਥਿਆਰ ਨੇ ਜਿਹਨੂੰ ਆਪਾਂ ਲਫ਼ਜ਼ਾਂ ਦੇ ਵਿੱਚ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਹੁਣ ਹੋ ਚੁੱਕੀਆਂ ਨੇ ਸੋ ਇਹਨਾਂ ਦੇ ਨਾਮਾਂ ਦਾ ਮੈਨੂੰ ਨਹੀਂ ਪਤਾ, ਲੇਕਿਨ ਹਾਂ ਇਹ ਇੱਕ ਹੋਰ ਬੜੀ ਹੈਰਾਨੀ ਦੀ ਗੱਲ ਹੈ। ਤੁਸੀਂ ਵੇਖੋ ਜੀ ਸਿੱਖ ਦੌਰ ਦੀਆਂ ਬੰਦੂਕਾਂ ਔਰ ਬੰਦੂਕਾਂ ਦੀ ਲੰਬਾਈ ਹੈ ਇਹਦੀ ਤੇ ਮੇਰਾ ਖਿਆਲ ਹੈ ਕੋਈ 15-16 ਫੁੱਟ ਲੰਬਾਈ ਹੋਣੀ ਹੈ ਔਰ ਕੋਈ ਵੀ ਬੰਦੂਕ ਇੱਥੇ ਜਿਹੜੀ ਹੈ ਉਹ 7 ਤੋਂ 8 ਫੁੱਟ ਤੋਂ ਘੱਟ ਨਹੀਂ ਹਨ। ਸੋ ਇਹ ਜੀ ਉਹ ਸਾਰੀਆਂ ਚੀਜ਼ਾਂ ਨੇ, ਬਹੁਤ ਸਾਰੀਆਂ ਚੀਜ਼ਾਂ ਤੇ ਜ਼ਾਹਰ ਆ ਗੋਰਾ ਆਪਣੇ ਨਾਲ ਲੈ ਗਿਆ ਹੋਣਾ ਔਰ ਉਹਨੇ ਵੀ ਵਰਤੀਆਂ ਹੋਣੀਆਂ।
ਲੇਕਿਨ ਸਭ ਤੋਂ ਜ਼ਿਆਦਾ ਇਸ ਗੈਲਰੀ ਦੇ ਵਿੱਚ, ਕਿਉਂਕਿ ਇਹ ਸਿੱਖ ਗੈਲਰੀ ਹੈ ਤੇ ਇੱਥੇ ਜ਼ਿਆਦਾਤਰ ਸਾਮਾਨ ਜਿਹੜਾ ਹੈ ਉਹ ਸਿੱਖ ਦੌਰ ਦਾ ਪਿਆ ਹੋਇਆ ਹੈ। ਹਜੇ ਬਹੁਤ ਕੁਝ ਹੈ, ਸੋ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਹੈ ਔਰ ਅਸੀਂ ਤੁਹਾਨੂੰ ਥੋੜੀ ਹੀ ਦੇਰ ਦੇ ਵਿੱਚ ਬਹੁਤ ਹੀ ਖੂਬਸੂਰਤ ਜਗ੍ਹਾ, ਮੇਰੀ ਬੜੀ ਪਸੰਦੀਦਾ ਜਗ੍ਹਾ ਹੈ, ਉੱਥੇ ਅਸੀਂ ਤੁਹਾਨੂੰ ਲੈ ਕੇ ਜਾਣ ਵਾਲੇ ਹਾਂ। ਇਸ ਵੇਲੇ ਮੇਰੇ ਨਾਲ ਮੌਜੂਦ ਨੇ ਇਸ ਮਿਊਜ਼ੀਅਮ ਦੇ ਇੰਚਾਰਜ। ਸੋ ਇਹਨਾਂ ਕੋਲ ਅਸੀਂ ਹੋਰ ਬਹੁਤ ਸਾਰੀਆਂ ਦਿਲਚਸਪ ਗੱਲਾਂ ਪੁੱਛਾਂਗੇ ਕਿ ਹੋਰ ਇੱਥੇ ਕੀ ਹੈ, ਨਾਲ ਹੋਰ ਕੀ ਚੀਜ਼ਾਂ ਨੇ, ਤਾਂ ਕਿ ਅਸੀਂ ਉਹ ਵੀ ਤੁਹਾਨੂੰ ਵਿਖਾ ਸਕੀਏ। ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕੁਮ, ਕੀ ਹਾਲ ਚਾਲ ਤੁਹਾਡਾ? ਵਾਲੇਕੁਮ ਸਲਾਮ ਤੇ ਸਤਿ ਸ਼੍ਰੀ ਅਕਾਲ। ਅੱਛਾ, ਪਹਿਲੇ ਵੇਖਣ ਵਾਲੇ ਨੂੰ ਅਗਰ ਤੁਸੀਂ ਆਪਣੇ ਬਾਰੇ ਦੱਸ ਦਿਓ ਤਾਂ ਹੋਰ ਵਧੀਆ ਹੋ ਜਾਏਗਾ। ਜੀ ਬਿਲਕੁਲ, ਮੇਰਾ ਨਾਮ ਸ਼ਾਹਬਾਨੋ ਹੈ ਤੇ ਮੈਂ ਪੰਜਾਬ ਆਰਕੀਓਲੋਜੀ ਡਿਪਾਰਟਮੈਂਟ ਦੇ ਨਾਲ ਕੰਮ ਕਰਨੀ ਹਾਂ ਤੇ ਮੇਰੇ ਲਈ ਬੜੀ ਇਜਾਜ਼ ਦੀ ਗੱਲ ਹੈ ਕਿ ਜਿਨ ਦੋ ਮਿਊਜ਼ੀਅਮ ਵਿੱਚ ਤੁਸੀਂ ਕਵਰੇਜ ਕਰ ਰਹੇ ਹੋ ਸਿੱਖ ਹੈਰੀਟੇਜ ਤੇ ਕਲਚਰ ਨੂੰ ਕਵਰ ਕਰਨ ਲਈ, ਮੈਂ ਉਸ ਮਿਊਜ਼ੀਅਮ ਦੀ ਕਿਊਰੇਟਰ ਹਾਂ। ਚਲੋ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਜਿੰਨੀ ਸੋਹਣੀ ਤੁਸੀਂ ਪੰਜਾਬੀ ਬੋਲ ਰਹੇ ਹੋ ਸਾਡੇ ਬਹੁਤ ਸ਼ੁਕਰੀਆ, ਆਈ ਐਮ ਟਰਾਈਂਗ ਮਾਈ ਲੈਵਲ ਬੈਸਟ। ਅੱਛਾ, ਇਸ ਮਿਊਜ਼ੀਅਮ ਦੇ ਅੰਦਰ ਕੀ ਚੀਜ਼ਾਂ ਨੇ ਤੁਹਾਡੇ ਕੋਲ? ਇਹ ਤਾਂ ਮੇਰਾ ਖਿਆਲ ਹੈ 3-4 ਅਲੱਗ-ਅਲੱਗ ਇਹਦੇ ਪਾਰਟਸ ਬਣੇ ਹੋਏ ਨੇ। ਬਿਲਕੁਲ, ਇਸ ਲਈ ਤੁਸੀਂ ਜਿਸ ਗੈਲਰੀ ਵਿੱਚ ਮੌਜੂਦ ਹੋ ਉਹਦਾ ਨਾਮ ਹੈ ਆਰਮਰੀ ਗੈਲਰੀ ਜੀ। ਤੇ ਆਰਮਰੀ ਗੈਲਰੀ 'ਚ ਅਸੀਂ ਡਿਸਪਲੇ ਕੀਤਾ ਹੈ ਸਿੱਖ ਹੈਰੀਟੇਜ, ਆਰਮਸ ਐਂਡ ਵੈਪਨਸ ਦੀ ਸੂਰਤ ਵਿੱਚ ਤੇ ਲੇਟ 18 ਤੇ 19th ਸੈਂਚੁਰੀ 'ਚ ਜਿਹੜੇ ਵੈਪਨਸ ਯੂਜ਼ ਹੋਏ ਨੇ, ਤਲਵਾਰਾਂ ਨੇ, ਕਿਰਪਾਨਾਂ ਨੇ, ਗਨਸ ਐਂਡ ਪਿਸਟਲਸ ਨੇ, ਲੌਂਗ ਬੈਰਲ ਮਸਕਟਸ ਨੇ, ਉਹ ਸਾਰੀਆਂ ਅਸੀਂ ਇੱਥੇ ਡਿਸਪਲੇ ਕੀਤੀਆਂ ਨੇ। ਜ਼ਬਰਦਸਤ। ਅੱਛਾ, ਇਸ ਤੋਂ ਇਲਾਵਾ ਜਿਹੜੀਆਂ ਨੇ ਉਹ ਕਿਹੜੀਆਂ ਚੀਜ਼ਾਂ? ਮੈਂ ਅੰਦਰ ਵੇਖ ਰਿਹਾ ਸੀ ਘੋੜਾ ਵੀ ਇੱਕ ਲੱਗਾ ਹੋਇਆ ਹੈ ਜੀ। ਜੀ ਬਿਲਕੁਲ, ਕੁਝ ਲੋਕ ਖਿਆਲ ਕਰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦਾ ਘੋੜਾ ਹੈ ਤੇ ਮੈਂ ज़रा ਉਹਨਾਂ ਦੀ ਗਲਤਫਹਿਮੀ दूर कर दिया कि फॉर द सेक ऑफ डिस्प्ले जो महाराजा रंजीत सिंह की ओरिजिनल हॉर्स ट्रैपिंग्स थी उनको हमने डिस्प्ले किया है। एक्चुअली घोड़ा जो है वो टैक्सीडर्मिड हॉर्स है, लेकिन जो शैवां तानू उस घोड़े ते नज़र आ रही ने वो ओरिजिनल ने ते वो महाराजा रंजीत सिंह को बिलोंग करती हैं। ਲਓ ਜੀ, ਇੱਕ ਹੋਰ ਸਾਡੇ ਵਾਸਤੇ ਸਾਡੇ ਇਨਫੋਰਮੇਸ਼ਨ ਦੇ ਵਿੱਚ ਵਾਧਾ ਹੋਇਆ। ਵੂਮਨ ਇਹ ਗੱਲ ਦੱਸੀ ਜਾਂਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਬੜਾ ਉਹਨਾਂ ਦਾ ਫੇਵਰਟ ਘੋੜਾ ਸੀ, ਜਿਹਨੂੰ ਲੀਲੀ ਕਿਹਾ ਜਾਂਦਾ ਸੀ, ਇਹ ਉਹ ਘੋੜਾ ਨਹੀਂ ਹੈ। ਇੱਥੇ ਦੇ ਜਿਹੜੇ ਡਿਪਾਰਟਮੈਂਟ ਨੇ ਉਹਨਾਂ ਨੇ ਸਾਨੂੰ ਇਹ ਦੱਸ ਦਿੱਤਾ ਵਾ, ਸਾਡੀ ਇਨਫੋਰਮੇਸ਼ਨ ਦੇ ਵਿੱਚ ਵਾਧਾ ਹੋ ਗਿਆ ਜੀ। ਹਿਸਟਰੀ ਇਜ਼ ਮਿਸਟਰੀ, ਸੋ ਹਿਸਟਰੀ ਤਾਂ ਹਿਸਟਰੀ ਹੈ। ਆਓ ਇਸ ਕਿਲੇ ਦੇ ਅੰਦਰ, ਇਸ ਮਿਊਜ਼ੀਅਮ ਦੇ ਅੰਦਰ ਹੋਰ ਬਹੁਤ ਸਾਰੀਆਂ ਚੀਜ਼ਾਂ ਹਨ, ਆਓ ਵੇਖਦੇ ਹਾਂ। ਲਓ ਜੀ, ਅਸੀਂ ਪਹੁੰਚ ਗਏ ਹਾਂ ਮਹਾਰਾਣੀ ਜਿੰਦਾ ਦੇ ਮਹਿਲ ਦੇ ਵਿੱਚ। ਮਹਾਰਾਣੀ ਜਿੰਦਾ ਜਿਹੜੀ ਸੀ ਮਹਾਰਾਜਾ ਰਣਜੀਤ ਸਿੰਘ ਦੀ ਘਰ ਵਾਲੀ ਸੀ ਔਰ ਇਹ ਜਿਹੜੀ ਹੁਣ ਹਵੇਲੀ ਹੈ ਇਹ ਪ੍ਰਿੰਸੈਸ ਬੰਬਾ ਦੇ ਨਾਮ ਦੇ ਨਾਲ ਮਨਸੂਬ ਕੀਤੀ ਗਈ ਹੈ। ਪ੍ਰਿੰਸੈਸ ਬੰਬਾ ਜਿਹੜੀ ਸੀ ਉਹ ਦਲੀਪ ਸਿੰਘ ਦੀ ਬੇਟੀ ਸੀ ਔਰ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਸੀ। ਸੋ ਇਸ ਹਵੇਲੀ ਦੇ ਵਿੱਚ ਬਹੁਤ ਕੁਝ ਇਤਿਹਾਸ ਦਾ ਬਣਿਆ ਹੈ, ਬੜੇ ਅਨਮੋਲ ਖਜ਼ਾਨੇ ਨੇ। ਜਦੋਂ ਪੰਜਾਬ ਦੇ ਉੱਪਰ ਗੋਰੇ ਆਏ, ਕਿਉਂਕਿ ਦਲੀਪ ਸਿੰਘ ਨੂੰ ਆਪਣੇ ਨਾਲ ਲੈ ਗਏ ਸੀ, ਫਿਰ ਦਲੀਪ ਸਿੰਘ ਦੀ ਜਿਹੜੀ ਡੈਥ ਹੈ ਉਹ ਹੁੰਦੀ ਹੈ ਫਰਾਂਸ ਦੇ ਵਿੱਚ ਔਰ ਪ੍ਰਿੰਸੈਸ ਬੰਬਾ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਦਾ ਹੈ ਕਿ ਮੈਂ ਇੱਕ ਬਾਦਸ਼ਾਹ ਦੀ ਪੋਤੀ ਹਾਂ ਤੇ ਉਹ ਫਿਰ ਪੰਜਾਬ ਵੱਲ ਕੂਚ ਕਰਦੀ ਹੈ ਔਰ ਇੱਥੇ ਹੀ ਦਫਨ ਹੋਣਾ ਪਸੰਦ ਕਰਦੀ ਹੈ। ਉਹਦੇ ਕੋਲ ਬਹੁਤ ਸਾਰੀਆਂ ਕਲੈਕਸ਼ਨ ਸਨ, ਬਹੁਤ ਸਾਰੀਆਂ ਐਸੀਆਂ ਚੀਜ਼ਾਂ ਸਨ ਜੋ ਵਕਤ ਦੇ ਨਾਲ ਨਾਲ ਇੱਥੇ ਤੱਕ ਪਹੁੰਚ ਗਈਆਂ। ਉਹ ਕੀ ਚੀਜ਼ਾਂ ਸਨ, ਉਹ ਕਿਹੜੇ ਅਨਮੋਲ ਖਜ਼ਾਨੇ ਸਨ, ਆਓ ਤੁਹਾਨੂੰ ਸਾਰਾ ਕੁਝ ਵਿਖਾਉਂਦੇ ਹਾਂ।
ਲਓ ਜੀ, ਇਸ ਵੇਲੇ ਅਸੀਂ ਮੌਜੂਦ ਹਾਂ ਪ੍ਰਿੰਸੈਸ ਬੰਬਾ ਦੇ ਹਾਲ ਦੇ ਵਿੱਚ ਔਰ ਤੁਸੀਂ ਬੈਕ ਸਾਈਡ ਤੇ ਜੋ ਪੇਂਟਿੰਗ ਵੇਖ ਰਹੇ ਹੋ ਇਸਨੇ ਇੱਕ ਹੈਰਾਨੀ ਪੈਦਾ ਕਰ ਦਿੱਤੀ ਹੈ ਕਿ ਉਸ ਵੇਲੇ ਜੋ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਹੈ ਉਹ ਇਸ ਪੇਂਟਿੰਗ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਉਹ ਸਜਿਆ ਹੋਇਆ ਹੈ ਔਰ ਪੂਰੇ ਉਹਨਾਂ ਦੇ ਜੋ ਈਵਾਨ ਦੇ ਲੋਕ ਸਨ, ਮੁਖਤਲਿਫ ਧਰਮਾਂ ਦੇ ਲੋਕ ਸਨ, ਉਹ ਤੁਸੀਂ ਇਸ ਤਸਵੀਰ ਦੇ ਅੰਦਰ ਵੇਖ ਸਕਦੇ ਹੋ। ਮੈਂ ਕੱਲੇ ਤਸਵੀਰ ਬਾਰੇ ਦੱਸਾਂ ਕਿ ਇਸ ਤਸਵੀਰ ਦੇ ਵਿੱਚ ਕੌਣ ਨੇ, ਲੇਕਿਨ ਇਸ ਤਸਵੀਰ ਨੂੰ ਕਿਸ ਤਰ੍ਹਾਂ ਬਣਾਇਆ ਗਿਆ, ਕਿਸ ਨੇ ਬਣਾਇਆ, ਇਹ ਜ਼ਰੂਰ ਇੱਕ ਸਵਾਲ ਹੈ। ਲੇਕਿਨ ਇਹ ਪੇਂਟਿੰਗ ਜਿਹੜੀ ਹੈ ਉਹ ਹੈ ਕਰੋੜਾਂ ਰੁਪਏ ਦੀ ਹੈ, ਬਲਕਿ ਅਸੀਂ ਕਹਾਂਗੇ ਕਿ ਇਹ ਇਸ ਪੇਂਟਿੰਗ ਦੀ ਕੋਈ ਕੀਮਤ ਹੀ ਨਹੀਂ ਹੈ। ਇਹ ਇੱਕ ਖਜ਼ਾਨਾ ਹੈ ਸਿੱਖ ਰਾਜ ਦਾ। ਅਗਰ ਮੈਂ ਤੁਹਾਨੂੰ ਦੱਸਦਾ ਜਾਵਾਂ, ਸਾਹਮਣੇ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲੱਗੀ ਹੋਈ ਹੈ, ਤੁਸੀਂ ਬੜੀ ਹੀ ਆਸਾਨੀ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਪਹਿਚਾਣ ਲਓਗੇ। ਉਹਨਾਂ ਦੇ ਨਾਲ ਹੀ ਅਗਰ ਤਸਵੀਰ ਦੇ ਵਿੱਚ ਵੇਖੀਏ ਤਾਂ ਖੜਕ ਸਿੰਘ ਔਰ ਫਿਰ ਉਹਨਾਂ ਦੇ ਨਾਲ ਦੂਸਰੀ ਸਾਈਡ ਤੇ ਨੌਨਿਹਾਲ ਸਿੰਘ ਬੈਠੇ ਹੋਏ ਨੇ, ਨਾਲ ਹੀ ਗੁਲਾਬ ਸਿੰਘ, ਊਧਮ ਸਿੰਘ ਅਤੇ ਰਾਮ ਸਿੰਘ ਵੀ ਹੈਗੇ ਨੇ। ਔਰ ਅਗਰ ਮਹਾਰਾਜਾ ਰਣਜੀਤ ਸਿੰਘ ਦੀ ਬੈਕ ਸਾਈਡ ਤੇ ਤੁਸੀਂ ਵੇਖੋ ਤਾਂ ਬਹੁਤ ਸਾਰੇ ਮਹਾਰਾਜਾ ਰਣਜੀਤ ਸਿੰਘ ਦੇ ਬਾਡੀਗਾਰਡ ਜਿਹੜੇ ਨੇ ਉਹ ਤੁਹਾਨੂੰ ਨਜ਼ਰ ਆਣਗੇ। ਅਗਰ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਸਾਹਮਣੇ ਜਿਹੜੇ ਲੋਕ ਥੱਲੇ ਖਲੋਤੇ ਹੋਏ ਨੇ ਔਰ ਉਹਨਾਂ ਦੀ ਫੇਸ ਜਿਹੜਾ ਹੈ ਸਾਡੇ ਵਾਲੇ ਪਾਸੇ ਹੈ, ਬੜੇ ਹੀ ਆਸਾਨੀ ਨਾਲ ਪਹਿਚਾਣ ਸਕਦੇ ਹੋ। ਸੁਚੇਤ ਸਿੰਘ, ਲਾਲ ਸਿੰਘ, ਲਾਭ ਸਿੰਘ, ਦੀਨਾਨਾਥ। ਔਰ ਅਗਰ ਤੁਸੀਂ ਕੈਮਰਾਮੈਨ ਵਿਖਾ ਸਕੇ ਕਿ ਇੱਕ ਸ਼ਖਸ ਨੇ ਸਕਾਰਫ ਜਿਹਾ ਲਿਆ ਹੋਇਆ ਹੈ, ਫਕੀਰ ਅਜ਼ੀਜ਼ੁਦੀਨ। ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਦੇ ਵਿੱਚ ਇਹ ਖੂਬਸੂਰਤੀ ਸੀ ਕਿ ਸਭ ਹੀ ਧਰਮਾਂ ਦੇ ਲੋਕ ਸਨ ਔਰ ਫਕੀਰ ਅਜ਼ੀਜ਼ੁਦੀਨ ਇੱਕ ਐਸਾ ਪਰਿਵਾਰ ਹੈ, ਇਹਨਾਂ ਦੇ ਬੱਚੇ ਅੱਜ ਵੀ ਪਾਕਿਸਤਾਨ ਦੇ ਵਿੱਚ ਹੈਗੇ ਨੇ ਔਰ ਉਹਨਾਂ ਕੋਲ ਵੀ ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਵੱਡਾ ਖਜ਼ਾਨਾ, ਬਹੁਤ ਜ਼ਿਆਦਾ ਡਾਕੂਮੈਂਟਸ ਮੌਜੂਦ ਨੇ। ਸੋ ਫਕੀਰ ਅਜ਼ੀਜ਼ੁਦੀਨ ਵੀ ਇਸ ਦੇ ਵਿੱਚ ਮੌਜੂਦ ਨੇ। ਹੋਰ ਬਹੁਤ ਸਾਰੇ ਮੁਸਲਮਾਨ ਜੋ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਹੁੰਦੇ ਸੀ, ਜਿਨ੍ਹਾਂ ਵਿੱਚੋਂ ਫਕੀਰ ਚਰਾਹੁਦੀਨ ਦਾ ਨਾਮ ਸਾਹਮਣੇ ਆਉਂਦਾ ਹੈ, ਸੁਲਤਾਨ ਮੁਹੰਮਦ ਦਾ ਨਾਮ ਸਾਹਮਣੇ ਆਉਂਦਾ ਹੈ, ਅਲੀ ਖਾਨ ਦਾ ਨਾਮ ਸਾਹਮਣੇ ਆਉਂਦਾ ਹੈ, ਮੁਹੰਮਦ ਖਾਨ ਦਾ ਨਾਮ ਸਾਹਮਣੇ ਆਉਂਦਾ ਹੈ। ਉਹ ਵੀ ਇਸ ਤਸਵੀਰ ਦੇ ਵਿੱਚ, ਕਿਉਂਕਿ ਮੁਸਲਿਮ ਵੀਰ ਦੀ ਟਰਬਨ ਥੋੜੀ ਵੱਖਰੀ ਹੈ ਤੇ ਇਹਦੇ ਵਿੱਚ ਉਹ ਵੀ ਆਸਾਨੀ ਤੁਹਾਨੂੰ ਨਜ਼ਰ ਆਣਗੇ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ, ਇਸ ਦਰਬਾਰ ਦੇ ਵਿੱਚ ਬਹੁਤ ਸਾਰੇ ਅੰਗਰੇਜ਼ ਲੋਕ ਵੀ ਜਿਹੜੇ ਨੇ ਉਹ ਮੌਜੂਦ ਨੇ। ਅਗਰ ਤੁਹਾਨੂੰ ਕੈਮਰਾਮੈਨ ਇਸ ਸਾਈਡ ਤੇ ਵਿਖਾ ਸਕੇ ਤਾਂ ਇੱਕ ਗੋਰਾ ਇਸ ਸਾਈਡ ਤੇ ਲਗਾਤਾਰ 3-4 ਇਕੱਠੇ ਹੀ ਖਲੋਤੇ ਨੇ, ਜਿਨ੍ਹਾਂ ਦੇ ਨਾਮ ਡਾਕਟਰ ਹੋਨਿਕ ਬਰਗਰ ਔਰ FH ਮਾਊਂਟਨ, ਡਾਲਾ ਰੋਚੀ ਔਰ ਡਾਲਾ ਲਾਫੋਂਟ, ਇਹ ਵੀ ਇਹਨਾਂ ਦੇ ਇਸੇ ਦਰਬਾਰ ਦੇ ਵਿੱਚ ਬੈਠੇ ਨੇ। ਜੇ ਆਪਾਂ ਦੂਸਰੇ ਪਾਸੇ ਗੱਲ ਕਰੀਏ ਤਾਂ CA ਕੋਟ, ਮਿੱਖਾ ਸਿੰਘ, ਭਾਈ ਗੁਰਮੁਖ ਸਿੰਘ, ਅਵਤਾਰ ਸਿੰਘ ਸਿੰਧਿਆਵਾਲਾ ਔਰ ਅੱਗੇ ਜਿਹੜਾ ਹੈ ਅਜੀਤ ਸਿੰਘ ਸਿੰਧਿਆਵਾਲਾ, ਨਾਲ ਦੇ ਨਾਲ ਬੁੱਧਾ ਸਿੰਘ ਵੀ ਖਲੋਤੇ ਨੇ। ਤੁਸੀਂ ਵੇਖ ਰਹੇ ਹੋ ਕਿ ਇਸ ਪੇਂਟਿੰਗ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਦਰਬਾਰ ਜਿਹੜਾ ਹੈ ਸਜਿਆ ਹੋਇਆ ਹੈ। ਵੱਖਰੀ ਪ੍ਰਜਾਤੀ ਦੇ ਲੋਕ, ਵੱਖਰੀ ਜ਼ਾਤਾਂ ਦੇ ਲੋਕ, ਮੁਸਲਮਾਨ, ਹਿੰਦੂ, ਅੰਗਰੇਜ਼ ਇਸ ਤੁਹਾਨੂੰ ਫੋਟੋ ਦੇ ਵਿੱਚ ਆਸਾਨੀ ਨਜ਼ਰ ਆ ਰਹੇ ਨੇ। ਆਪ ਜੀ ਵੇਖ ਰਹੇ ਸੀ ਲਾਹੌਰ ਦੇ ਮਿਊਜ਼ੀਅਮ ਦੇ ਵਿੱਚ ਪ੍ਰਿੰਸੈਸ ਬੰਬਾ ਦੀ ਇਹ ਕਲੈਕਸ਼ਨ ਔਰ ਇਸ ਕਲੈਕਸ਼ਨ ਦੇ ਵਿੱਚ ਬਹੁਤ ਸਾਰੀਆਂ ਪੇਂਟਿੰਗਸ ਜਿਹੜੀਆਂ ਨੇ ਉਹ ਵੀ ਆਪ ਜੀ ਨੇ ਵੇਖੀਆਂ ਜੋ ਇਤਿਹਾਸ ਦੇ ਨਾਲ ਜੁੜੀਆਂ ਨੇ। ਇਹ ਪੇਂਟਿੰਗਸ ਕਿਸ ਤਰ੍ਹਾਂ ਇੱਥੇ ਪ੍ਰੀਜ਼ਰਵ ਨੇ, ਇਤਨੇ ਅੱਛੇ ਹਾਲ ਦੇ ਵਿੱਚ ਇਹ ਕਿਸ ਤਰ੍ਹਾਂ ਮੌਜੂਦ ਨੇ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸਨਾ ਦੁਰਾਨੀ ਜੀ। ਸੋ ਇਹਨਾਂ ਕੋਲ ਪੁੱਛਾਂਗੇ ਕਿ ਲਾਸਟ ਟਾਈਮ, ਕਿਉਂਕਿ ਸਾਨੂੰ ਵੀ ਇੱਥੇ ਆ ਕੇ ਪਤਾ ਚੱਲਿਆ ਹੈ ਕਿ ਇਹਨਾਂ ਪੇਂਟਿੰਗ ਨੂੰ ਪ੍ਰੀਜ਼ਰਵ ਕੀਤਾ ਗਿਆ ਔਰ ਇਹ ਫੈਸਲਾ ਕਿਉਂ ਲਿੱਤਾ ਗਿਆ, ਅਸੀਂ ਸਨਾ ਦੁਰਾਨੀ ਜੀ ਕੋਲ ਪੁੱਛਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਜੀ। ਸਭ ਤੋਂ ਪਹਿਲੇ ਤਾਂ ਸਾਨੂੰ ਦੱਸੋ ਕਿ ਇਹ ਇਨੀਸ਼ੀਏਟਿਵ ਜਿਹੜਾ ਲਿਆ ਗਿਆ ਹੈ ਇਹ ਕਿਹਨਾਂ ਵੱਲੋਂ ਲਿਆ ਗਿਆ है और कितना का ज़रूरी सी? जी एक्चुअली ये इनिशिएटिव अभी की बात नहीं है, बिकॉज पिक्चर तो अब आपके सामने है, बट इट वाज अ लॉन्ग प्रोसेस से 5-6 सालों से चल रहा था और इसमें हंगेरियन एम्बेसी ने ये इनिशिएटिव लिया बिकॉज जो आर्टिस्ट थे इन पेंटिंग्स के, ऑगस्ट शॉफ्ट, वो हंगरी से थे। तो उस हवाले से उन्होंने जब यहाँ आए, विज़िट किया, उन्होंने पेंटिंग्स की कंडीशन देखी तो उनको अंदाज़ा हो कि इनको हमें रिस्टोर करना चाहिए बिकॉज ये बहुत प्रेशियस एक तरह से हमारा एसेट है और इसको हम इस तरीके से नहीं रख सकते थे बिकॉज एनवायरमेंटल चेंजेस,
मुख्तलिफ चीज़ें होती हैं जिससे पेंटिंग्स अफेक्ट होती हैं, तो उनकी रेस्टोरेशन दरकार थी। इस पेंटिंग ਨੂੰ ਬਚਾਉਣ ਲਈ ਜਿਹੜਾ ਹੈ ਉਹ ਹੰਗਰੀ ਦੀ ਐਮਬੈਸੀ ने एक अहम रोल अदा जी किया। जी बिल्कुल। और इसके अलावा कौन कौन सी है? उसके अलावा हमारे जो बैंक ऑफ पंजाब हैं उन्होंने अच्छा। इसमें हमें स्पॉन्सर किया। आर्कियोलॉजी डिपार्टमेंट है, वर्ल्ड सिटी अथॉरिटी लाहौर है, इन तमाम लोगों की कह लें कि एक सपोर्ट और बहुत अच्छी कोऑपरेशन की वजह से हम इस सक्सैसफुल रिस्टोरेशन प्रोजेक्ट को कर सकते हैं। अच्छा जी, इस पेंटिंग की गल करिए तो यह पेंटिंग जी है कितनी वड्डी है? ये तकरीबन 8 बाय 10 फीट है और सबसे ज़्यादा हमारे लिए चैलेंजिंग यही पेंटिंग थी और इसलिए इसको लास्ट में किया गया। सही। प्रिंसेस बाम्बास कलेक्शन में जो ऑगस्ट शॉप की पेंटिंग्स हैं बेसिकली वो रिस्टोर हुई हैं और दे वर टोटल 11 पेंटिंग्स। 11 पेंटिंग्स जी, लेकिन हमने छोटी पेंटिंग से शुरुआत की थी तो दैट बड़े को हम एंड पे रखें और आई थिंक इट वाज अ गुड डिसीजन बिकॉज जब छोटे पेंटिंग्स पे काम किया तो थोड़ी सी और मज़ीद कॉम्प्लिकेशंस नज़र आई। क्या क्या हम इसको ट्रीट कर सकते हैं, किस तरीके से इन ट्रीटमेंट्स को हम प्रोसेस मतलब स्टेप बाय स्टेप करें और फिर हम बड़ी पेंटिंग पे जाएं जिसमें हमारी जो टीम थी जिसमें 5 हंगेरियन रिस्टोरर्स थे। अच्छा, हंगेरियन जो रिस्टोर करने वाले थे जी वो भी इथे हंगरी तो ही आए थे? जी जी, यहाँ आए थे वो और 3 माह के लिए यहाँ वो रहे थे जिन्होंने इन पेंटिंग्स पे काम किया मेरे साथ। मैं उनकी फील्ड प्रोजेक्ट मैनेजर थी और साथ उनकी मैंने पेंटिंग्स रिस्टोर भी की। तो ये हमारे कंबाइंड कहने के हमारी हुकूमत का और हंगेरियन कहने के गवर्नमेंट का एक कंबाइंड प्रोजेक्ट कह लेंगे एक उन्होंने लिया। सना जी ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਅੱਜ ਅਸੀਂ ਤੁਹਾਨੂੰ ਤਕਲੀਫ ਦਿੱਤੀ ਲੇਕਿਨ no ਜੋ problem। ਤੁਸੀਂ ਇਸ ਪੇਂਟਿੰਗ ਬਾਰੇ ਸਾਨੂੰ ਦੱਸਿਆ, ਆਓ ਜੀ ਚੱਲਦੇ ਹਾਂ ਇੱਥੇ ਹੋਰ ਜਿਹੜੀਆਂ ਕਾਫੀ ਚੀਜ਼ਾਂ ਨੇ ਉਹ ਵੀ ਵੇਖਦੇ ਹਾਂ। इस गैलरी ਦੇ ਵਿੱਚ ਹੋਰ ਬਹੁਤ ਸਾਰੀਆਂ ਪੇਂਟਿੰਗਸ ਨੇ। ਤੁਸੀਂ ਸਾਹਮਣੇ ਪੇਂਟਿੰਗ ਵੇਖ ਰਹੇ ਹੋ ਕਿ ਇਹ ਪੇਂਟਿੰਗ ਦਲੀਪ ਸਿੰਘ ਦੇ ਬਚਪਨ ਦੀ ਪੇਂਟਿੰਗ ਹੈ ਔਰ ਇਹ ਪੇਂਟਿੰਗ ਵੀ ਜਦੋਂ ਹੰਗਰੀ ਦੀ ਐਮਬੈਸੀ ਨੇ ਬਾਕੀ ਪੇਂਟਿੰਗ ਸੇਵ ਕੀਤੀਆਂ ਉਹਨਾਂ ਵਿੱਚੋਂ ਵੀ ਇਹ ਇੱਕ ਪੇਂਟਿੰਗ ਸੀ ਜੋ ਲਗਭਗ 200 ਸਾਲ ਪੁਰਾਣੀ ਪੇਂਟਿੰਗ ਹੈ। ਇੱਥੇ ਹੋਰ ਬਹੁਤ ਸਾਰੀਆਂ ਪੇਂਟਿੰਗਸ ਨੇ। ਇਹ ਇੱਕ ਹੋਰ ਪੇਂਟਿੰਗ ਤੁਸੀਂ ਵੇਖ ਸਕਦੇ ਹੋ, ਇਹ ਵੀ ਦਲੀਪ ਸਿੰਘ ਦੀ ਜਵਾਨੀ ਦੀ ਪੇਂਟਿੰਗ ਹੈ। ਦਲੀਪ ਸਿੰਘ ਨੂੰ ਚੂँਕਿ ਜਦੋਂ ਅੰਗਰੇਜ਼ ਰਾਜ ਇੱਥੇ ਆਇਆ, ਖਾਲਸਾ ਰਾਜ ਖਤਮ ਹੋਇਆ ਤਾਂ ਦਲੀਪ ਸਿੰਘ ਨੂੰ ਆਪਣੇ ਨਾਲ ਲੈ ਗਏ ਸੀ। ਦਲੀਪ ਸਿੰਘ ਦੇ ਉੱਪਰ ਇੱਕ ਫਿਲਮ ਵੀ ਬਣੀ ਹੋਈ ਹੈ ਦ ਬਲੈਕ ਪ੍ਰਿੰਸ ਦੇ ਨਾਮ ਦੇ ਉੱਪਰ। ਸਿੱਖ ਰਾਜ ਤੋਂ ਬਾਅਦ ਦਲੀਪ ਸਿੰਘ ਨੂੰ ਚੂँਕਿ ਗੋਰੇ ਰਹਿ ਗਏ ਸੀ ਔਰ ਉਹਦੀ ਵੀ ਇੱਕ ਲੰਬੀ ਚੌੜੀ ਹਿਸਟਰੀ ਹੈ। ਇਹ ਤੁਸੀਂ ਵੇਖ ਸਕਦੇ ਹੋ ਬਹਾਦਰ ਸ਼ਾਹ ਜ਼ਫਰ ਮੁਗਲ ਸਲਤਨਤ ਦਾ ਆਖਰੀ ਜਿਹੜਾ ਚਸ਼ਮੋ ਚਿਰਾਗ ਸੀ, ਆਖਰੀ ਉਹਨਾਂ ਦਾ ਬਾਦਸ਼ਾਹ ਸੀ, ਉਹਦੀ ਵੀ ਬਹੁਤ ਹੀ ਖੂਬਸੂਰਤ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਜਿਹੜਾ ਜ਼ੇਵਰ ਇਹਨਾਂ ਨੇ ਜ਼ੇਬਤਨ ਕੀਤਾ ਹੋਇਆ ਹੈ ਇਹ ਬਿਲਕੁਲ ਸਾਹਮਣੇ ਬੈਠੇ ਨੇ। ਬਹੁਤ ਹੀ ਕਮਾਲ ਦੀ ਪੇਂਟਿੰਗ ਬਣੀ ਹੈ ਔਰ ਇਹ ਪੇਂਟਿੰਗ ਵੀ ਲਗਭਗ ਪੌਣੇ 200 ਸਾਲ ਪੁਰਾਣੀ ਹੈ। ਆਓ ਜੀ ਅੱਗੇ ਚੱਲਦੇ ਹਾਂ ਜੀ। ਇੱਕ ਹੋਰ ਬਹੁਤ ਹੀ ਖੂਬਸੂਰਤ ਔਰ ਪਿਆਰੀ ਪੇਂਟਿੰਗ ਬਣੀ ਹੋਈ ਹੈ। ਮੈਨੂੰ ਲੱਗ ਰਿਹਾ ਹੈ ਕਿ ਮਹਾਰਾਜਾ ਸ਼ੇਰ ਸਿੰਘ ਜਿਹੜਾ ਹੈ ਉਹ ਆਪਣੇ ਸ਼ਸਤਰ ਦੇ ਨਾਲ ਮੇਰੇ ਸਾਹਮਣੇ ਬੈਠਾ ਹੋਇਆ ਹੈ। ਉਹਦੇ ਗਲ ਦੇ ਵਿੱਚ ਇੱਕ ਇੱਕ ਜਿਹੜਾ ਮਣਕਾ ਹੈ, ਜ਼ੇਵਰ ਹੈ, ਉਹ ਬਿਲਕੁਲ ਇਸੇ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਸਾਹਮਣੇ ਹੀ ਉਹਨੇ ਜ਼ੇਬਤਨ ਕੀਤਾ ਹੈ। ਇਹਨੇ ਜਿਹੜੇ ਪੇਂਟਿੰਗ ਨੂੰ ਜਿਹੜਾ ਰਿਸਟੋਰ ਕੀਤਾ ਗਿਆ ਹੈ ਬਹੁਤ ਹੀ ਕਾਰਾਗਰੀ ਦੇ ਨਾਲ ਕੀਤਾ ਹੈ। ਹੋਰ ਹਜੇ ਬੜਾ ਕੁਛ ਹੈ ਜੀ। ਇੱਕ ਹੋਰ ਬਹੁਤ ਹੀ ਖੂਬਸੂਰਤ ਪੇਂਟਿੰਗ ਜਿਹੜੀ ਹੈ ਲੱਗੀ ਹੋਈ ਹੈ। ਸ਼ੇਰ ਸਿੰਘ ਜਿਹੜਾ ਹੈ ਇਸ ਪੇਂਟਿੰਗ ਦੇ ਵਿੱਚ ਮੁਸ਼ੀਰਾਂ ਸਫੀਰਾਂ ਦੇ ਨਾਲ ਜਿਹੜਾ ਹੈ ਉਹ ਇੱਕ ਮਜਲਿਸ ਕਰ ਰਿਹਾ ਹੈ, ਉਹਨਾਂ ਨਾਲ ਬੈਠਾ ਜਿਹੜਾ ਹੈ ਉਹ ਕੁਝ ਚੀਜ਼ਾਂ ਡਿਸਾਈਡ ਕਰ ਰਿਹਾ ਹੈ। ਉਹਦੇ 'ਚ ਦੇਖ ਰਹੇ ਹੋ ਬਹੁਤ ਸਾਰੇ ਲੋਕ ਇੱਥੇ ਬੈਠੇ ਹੋਏ ਨੇ। ਸੋ ਇੱਥੇ ਹੋਰ ਵੀ ਪੇਂਟਿੰਗਸ ਨੇ ਬਹੁਤ ਹੀ ਬਾਕਮਾਲ। ਇਹਨਾਂ ਪੇਂਟਿੰਗਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਹੈ ਕਲਕੱਤੇ ਦਾ ਖੂਬਸੂਰਤ ਮੰਜ਼ਰ। ਤੁਸੀਂ ਲਾਹੌਰ ਦੇ ਮਿਊਜ਼ੀਅਮ ਦੇ ਵਿੱਚ ਆ ਕੇ ਪ੍ਰਿੰਸੈਸ ਬੰਬਾ ਦੀ ਕਲੈਕਸ਼ਨ ਦੇ ਵਿੱਚ ਬਹਿ ਕੇ ਤੁਸੀਂ ਕਲਕੱਤੇ ਦਾ ਕੁਦਰਤੀ ਮੰਜ਼ਰ ਵੇਖ ਸਕਦੇ ਹੋ ਔਰ ਯਕੀਨ ਕਰਿਓ ਕਿ ਇਤਨੀ ਕੁ ਖੂਬਸੂਰਤ ਇਹ ਪੇਂਟਿੰਗ ਬਣੀ ਹੈ ਕਿ ਓਰੀਜਨਲ ਲੱਗ ਰਿਹਾ ਹੈ ਕਿ ਵਾਕਈ ਇਹ ਕਲਕੱਤੇ ਦਾ ਇੱਕ ਦ੍ਰਿਸ਼ ਜਿਹੜਾ ਹੈ। ਔਰ ਇਸ ਤਰ੍ਹਾਂ ਥੱਲੇ ਵੀ ਇੱਕ ਖੂਬਸੂਰਤ ਪੇਂਟਿੰਗ ਹੈ ਬਨਾਰਸ ਦਾ ਕੁਦਰਤੀ ਮੰਜ਼ਰ। ਤੁਸੀਂ ਵੇਖ ਸਕਦੇ ਹੋ ਕਿ ਬਨਾਰਸ ਦੇ ਕਿਨਾਰੇ, ਦਰਿਆ ਦੇ ਕਿਨਾਰੇ ਜਿਹੜਾ ਹੈ ਉਹ ਸ਼ਹਿਰ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਉਹ ਉਸ ਫਨਕਾਰ ਨੇ ਜਿਸ ਖੂਬਸੂਰਤੀ ਨਾਲ ਇਸ ਤਸਵੀਰ ਨੂੰ ਖਿੱਚਿਆ ਹੈ, ਇੰਝ ਹੀ ਲੱਗ ਰਿਹਾ ਹੈ ਕਿ ਬਨਾਰਸ ਜਿਹੜਾ ਹੈ, ਬਨਾਰਸ ਸ਼ਹਿਰ ਜਿਹੜਾ ਹੈ ਉਹ ਸਾਡੇ ਸਾਹਮਣੇ ਹੈ। ਇੱਕ ਹੋਰ ਪੇਂਟਿੰਗ ਗੁਲਾਬ ਸਿੰਘ ਦੀ, ਗੁਲਾਬ ਸਿੰਘ ਦੀ ਪੇਂਟਿੰਗ ਤੁਸੀਂ ਵੇਖ ਸਕਦੇ ਹੋ, ਬੜੀ ਹੀ ਨਾਯਾਬ ਪੇਂਟਿੰਗ ਹੈ ਗੁਲਾਬ ਸਿੰਘ ਦੀ।
और काफ़ी पुरानी लगती है मैनू। इस तरह एक होर खूबसूरत पेंटिंग जिहड़ी है दिल्ली का उन्होंने कुदरती मंजर जिहड़ा है वो दिखाया हुआ है और वाकई लगता है कि यह कुदरती मंजर ही है। उस कलम ने जिस इस पेंटिंग नू जिसने बनाया है उसने बहुत ही दिल दे नाल, मैनू तो लगता है कि इन्हां 11 पेंटिंग्स के उपर उस आदमी ने अपनी पूरी जिंदगी जिहड़ी है वो लगा दी गई है। और बाद दे विच जो हंगरी की अंबैसी ने उन्होंने प्रिजर्व किया है वो भी कुछ घट नहीं किया। उन्होंने भी बहुत बाकमाल फनकार जिहड़े ने वो इत्थे बुला के ते इन्हां दी जिहड़ी जिंदगी है, जिहड़ी हयाती है इन्हां पेंटिंग्स की, वो अगले 200 साल तक वधा दी है। दिल्ली का खूबसूरत मंजर तुसी वेख रहे सी, लेकिन इत्थे संगे मरमर के जिहड़े हत्थ बने होंदे ने, कहा जाता है जिस तरह लिखा है कि राणी जिंदा के हत्थों की नकल इत्थे जिहड़ी है इस प्रिंसिस बंबा की कलैक्शन दे विच मौजूद है। और राणी जिंदा दे नाल महाराजा रणजीत सिंह बहुत ही प्यार करते सी और उन्होंने दी हत्थों का जिहड़ा नकल है संगे मरमर का वो भी इत्थे पिया है। हजे होर बहुत कुछ है इत्थे, बहुत कुछ मौजूद है। नौनिहाल सिंह की पेंटिंग भी है और एक मुजस्मा भी जिहड़ा है वो दलीप सिंह का पिया हुआ है। लेकिन नाल दे नाल जिहड़ी सब तो एक खिच पैदा करती है दरबार साहब की यह पेंटिंग, क्योंकि दरबार साहब के नाल हर एक सिख जिहड़ा है वो जुड़िया होया है। लेकिन इस पेंटिंग दे विच बहुत खास गल्लां ने, क्योंकि इस पेंटिंग दे विच बहुत सारे ऐसे बुंगे ने, बहुत सारिया ऐसिया चीज़ां ने जो असी अज नहीं वेख सकांगे। अगर जो दरबार साहब मैं वेख्या उहदे तो बहुत सारिया चीज़ां डिफरेंट ने। राइट साइड ते जिहड़ियां इमारतां बणियां होईयां ने, यह इमारतां जिहड़ियां ने हुण सानूं वेखण नहीं मिलदी। इस साइड ते अगर असी अकाल तख्त दे बाहर वेखदे हां ते एक किला जिहा बणिया होया है, उहदे गुंबद ने और उहदे नाल ही जिहड़े ग्रंथी सिंह ने वो पाठ कर रहे हैं और गुरु ग्रंथ साहब जी महाराज के स्वरूप का पाठ कर रहे हैं। और दूसरे पासे एक बीमार शख्स भी बैठा है, लेकिन इस साइड पे महाराजा रणजीत सिंह बैठा हुआ है और पाठ जिहड़ा है सुन रहा है। शायद वो छोटा बच्चा दलीप सिंह होवे या खड़क सिंह होवे या शायद नौनिहाल सिंह होवे जो गुरु ग्रंथ साहब दे नाल ही जिहड़ा है बाज दे नाल खेड रहा है। और शायद मैनूं लग रहा है ऐसा कि शायद किसी की शादी का कोई फंक्शन है और नाल अगर वेख रहे हो तो लोग रबाब वजा रहे हैं, कीर्तन भी गायन कर रहे हैं। दूसरे पासे बहुत ही खूबसूरत दृश्य उस पेंटर ने जो चीज़ खिंच दी है वो जिंदगी ता हयात जिहड़ी है रहेगी। बहुत ही बाकमाल फोटो है। सो आओ इत्थे कुछ होर 2-4 चीज़ां ने वो भी तुहानूं विखाने हैं जी। इत्थे ही मैनू एक बहुत ही खूबसूरत और प्यारी लड़की की फोटो जिहड़ी मिली है। यह फोटो है शहजादी बंबा की और यह फोटो है लंदन की। लंदन दे विच फोटो प्रिंसिस बंबा जिहड़ी है इन्हां दी कबर जिहड़ी है वो पाकिस्तान दे विच ही है, क्योंकि जदों इन्हूं पता लगा क्योंकि गोरियां ने तो जिस तरह महाराजा दलीप सिंह नूं इत्थे लैके गए उन्होंने उम्र बहुत छोटी सी, क्योंकि उन्होंने पता नहीं सी कि मैं किस सल्तनत का पुत्र हाँ, मैं किस सल्तनत का बादशाह हाँ। लेकिन जिदा जिदा उन्होंने पता लगता गया उन्होंने अपनी तहरीक जिहड़ी है दोबारा चलाई और प्रिंसिस बंबा नूं भी जिदा पता लगा प्रिंसिस बंबा ने फिर कहा कि मैं अपनी मट्टी विच ही दफन होना पसंद करांगा। अज भी इन्हां दी जिहड़ी कबर है वो लाहौर शहर दे विच ही है। सो यह सारी कलैक्शन है प्रिंसिस बंबा दी और महाराजा रणजीत सिंह तो यह सारिया चीज़ां जिहड़ियां सन, क्योंकि इन्हां दा घर प्रिंसिस बंबा दा घर जिहड़ा सी वो मॉडल टाउन दे विच सी और उस तो बाद यह कलैक्शन जिहड़ी है वो पहुँची जिंदा दे इस महल दे विच, महारानी जिंदा दे इस महल दे विच। एक ही चीज़ और है, वो है महाराजा रणजीत सिंह का एक बनया होया है स्टैचू, इत्थे वो भी तुहानूं विखाने हैं जी। स्टैचू महाराजा रणजीत सिंह का कि किस तरह वो अपनी हाथी ते जांदा सी। ਇਹ ਵੇਖੋ एक बहुत ही खूबसूरत स्टैचू जिहड़ा है वो बनाया होया है, एक मॉडल बनाया होया महाराजा रणजीत सिंह जिहड़ा है आपां वेख सकते हैं कि किले अपने हाथी के उपर सवार ने और उहदे इर्द गिर्द जिहड़े सिपाही ने वो शस्त्र तो तैयार बर तैयार उन्हां नाल जा रहा है। काफिला शायद किधरे जंग जितन तो बाद उत्थे जा रहा है या फिर हरमंदर साहब दरबार साहब वाल जा रहे हैं उत्थे मत्था टेकन लई। और बहुत ही खूबसूरत है जिहड़ा है मॉडल जिहड़ा है बनाया गया है। सो एक होर चीज़ महाराजा रणजीत सिंह की एक होर फोटो भी इत्थे मौजूद है, वो भी विखाने हैं जी तुहानूं।
ਤਾਂ ਜੀ ਇੱਥੇ ਬਹੁਤ ਖੂਬਸੂਰਤ ਔਰ ਹਿਸਟੋਰੀਕਲ ਚੀਜ਼ਾਂ ਦੇ ਵਿੱਚ ਇੱਕ ਹੋਰ ਚੀਜ਼, ਇੱਕ ਹੋਰ ਫੋਟੋ ਜੋ ਮੈਨੂੰ ਬਹੁਤ ਹੀ ਪੁਰਾਣੀ ਲੱਗ ਰਹੀ ਹੈ। ਇਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਵਜ਼ੀਰ, ਮੁਸ਼ੀਰ, ਉਹਨਾਂ ਦੇ ਮਿਨਿਸਟਰ ਜਿਹੜੇ ਨੇ, ਉਹਨਾਂ ਦੀਆਂ ਫੋਟੋਆਂ ਜਿਹੜੀਆਂ ਨੇ ਉਹ ਮੌਜੂਦ ਨੇ। ਲੱਗ ਰਿਹਾ ਹੈ ਕਿ ਉਸੇ ਦੌਰ ਦੀ ਫੋਟੋ ਹੈ ਔਰ ਉਸ ਦੌਰ ਦੇ ਪੇਂਟਰ ਨੇ ਬੜੇ ਹੀ ਪਿਆਰ ਨਾਲ, ਮੁਹੱਬਤ ਨਾਲ ਕੱਲਾ ਕੱਲਾ ਫੇਸ ਜਿਹੜਾ ਹੈ ਉਹ ਬਹੁਤ ਛੋਟਾ ਹੈ, ਜੋ ਇਹਦੇ ਬਾਵਜੂਦ ਉਹਨੇ ਕੱਲਾ ਕੱਲਾ ਫੇਸ ਬੜੇ ਹੀ ਖੂਬਸੂਰਤੀ ਨਾਲ ਉਹਦੀ ਕਾਰਾਗਰੀ ਕੀਤੀ ਹੈ। ਮਹਾਰਾਜਾ ਰਣਜੀਤ ਸਿੰਘ ਦੀ ਆਪਣੀ ਫੋਟੋ ਤੁਸੀਂ ਵੇਖ ਸਕਦੇ ਹੋ ਕਿ ਕਿਸ ਖੂਬਸੂਰਤੀ ਨਾਲ ਔਰ ਕਿਸ ਮੁਹੱਬਤ ਨਾਲ ਇਸ ਤਸਵੀਰ ਨੂੰ ਬਣਾਇਆ ਹੋਏਗਾ। ਮਹਾਰਾਜਾ ਰਣਜੀਤ ਸਿੰਘ ਦੀ ਖੂਬਸੂਰਤ ਜਿਹੜਾ ਦਾੜਾ ਸਾਹਿਬ ਹੈ, ਉਹਦਾ ਕੱਲਾ ਕੱਲਾ ਵਾਲ ਜਿਹੜਾ ਹੈ ਉਹ ਇਸ ਪੇਂਟਿੰਗ ਦੇ ਵਿੱਚ ਨਜ਼ਰ ਆ ਰਿਹਾ ਹੈ। ਅੱਜ ਅਸੀਂ ਤੁਹਾਨੂੰ ਵਿਖਾਇਆ ਜੀ ਸ਼ਾਹੀ ਕਿਲਾ, ਔਰ ਸ਼ਾਹੀ ਕਿਲਾ ਦੇ ਵਿੱਚ ਮੌਜੂਦ ਦਰਬਾਰ, ਸ਼ਾਹੀ ਕਿਲਾ ਦੇ ਵਿੱਚ ਮੌਜੂਦ ਲਹੂ ਦਾ ਟੈਂਪਲ ਔਰ ਸਿੱਖ ਮਿਊਜ਼ੀਅਮ, ਔਰ ਉਸ ਤੋਂ ਬਾਅਦ ਅਸੀਂ ਆਖਰ ਦੇ ਵਿੱਚ ਤੁਹਾਨੂੰ ਜਿਹੜਾ ਹੈ ਪ੍ਰਿੰਸੈਸ ਬੰਬਾ ਦੀ ਜਿਹੜੀ ਕਲੈਕਸ਼ਨ ਹੈ ਉਹਦੇ ਬਾਰੇ ਵੀ ਦੱਸਿਆ, ਕਿਸ ਤਰ੍ਹਾਂ ਇਸ ਕਲੈਕਸ਼ਨ ਨੂੰ ਦੁਬਾਰਾ ਬੜਾ ਹੀ ਖੂਬਸੂਰਤੀ ਨਾਲ ਪ੍ਰੀਜ਼ਰਵ ਕੀਤਾ ਹੈ, ਉਹਦੇ ਬਾਰੇ ਵੀ ਦੱਸਿਆ। ਤੁਸੀਂ ਕਮੈਂਟਸ ਬਾਕਸ ਦੇ ਵਿੱਚ ਸਾਨੂੰ ਜ਼ਰੂਰ ਦੱਸਣਾ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਕਿਹੋ ਜਿਹਾ ਲੱਗਿਆ। ਔਰ ਇਹਦੇ ਨਾਲ ਹੀ ਭੁਪਿੰਦਰ ਸਿੰਘ ਲਵਲੀ ਔਰ ਸਤਿ ਸ੍ਰੀ ਅਕਾਲ ਪਾਕਿਸਤਾਨ ਦੀ ਸਾਰੀ ਹੀ ਟੀਮ ਨੂੰ ਇਜਾਜ਼ਤ ਦਿਓ। ਮਿਲਦੇ ਹਾਂ ਕਿਸੇ ਐਸੇ ਹੀ ਖੂਬਸੂਰਤ ਔਰ ਇਤਿਹਾਸਕ ਪ੍ਰੋਗਰਾਮ ਦੇ ਨਾਲ। ਰੱਬ ਰੱਖਾ।